Hello students, in this presentation we shall discuss about school discipline. Discipline ਤੋਂ ਭਾਵ ਹੈ ਅਨੁਸ਼ਾਸਨ। ਤੋਂ ਸਕੂਲ ਦੇ ਵਿੱਚ ਜੋ ਅਨੁਸ਼ਾਸਨ ਦੀ ਪ੍ਰਕਿਰਿਆ ਹੈ ਉਸ ਦੇ ਬਾਰੇ ਅੱਜ ਆਪਾਂ ਡਿਸਕਸ਼ਨ ਕਰਾਂਗੇ। Moving to the first slide that explains the meaning of discipline. What do you mean by discipline? Discipline ਜੋ word ਹੈ ਉਹ ਲੈਟਿਨ ਭਾਸ਼ਾ ਦੇ ਸ਼ਬਦ disciple ਤੋਂ ਲਿਆ ਗਿਆ। Disciple ਤੋਂ ਭਾਵ ਹੁੰਦਾ ਹੈ pupil ਔਰ pupil ਮਤਲਬ ਜੋ ਵਿਦਿਆਰਥੀ ਹੈ ਉਸ ਨੂੰ ਆਪਾਂ disciple ਕਹਿੰਦੇ ਹਾਂ। ਸੋ ਜਦੋਂ ਆਪਾਂ ਇੱਕ ਵਿਦਿਆਰਥੀ ਦੇ ਬਿਹੇਵੀਅਰ ਨੂੰ ਸਕੂਲ ਜਾਂ ਕਿਸੇ ਵੀ ਸੰਸਥਾ ਦੇ ਸਥਾਪਿਤ ਕੀਤੇ ਗਏ ਮਿਆਰਾਂ ਅਨੁਸਾਰ ਜਾਂ ਸਟੈਂਡਰਡਸ ਦੇ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਪ੍ਰਕਿਰਿਆ ਨੂੰ ਆਪਾਂ ਡਿਸਿਪਲਿਨ ਦੇ ਨਾਲ ਜੋੜਦੇ ਹਾਂ ਰਾਈਟ। ਸੋ ਡਿਸਿਪਲਿਨ ਕਰਨਾ ਇੱਕ ਕਲਾ ਹੈ। ਇਟ ਇਜ਼ ਐਨ ਆਰਟ ਵਿਚ ਰਿਕੁਆਇਰਸ ਨੌਲੇਜ ਸਕਿੱਲ ਸੈਂਸਿਟੀਵਿਟੀ ਐਂਡ ਸੈਲਫ ਕੌਨਫੀਡੈਂਸ। ਸੋ ਇੱਕ ਕਲਾ ਹੈ ਜਿਸ ਦੇ ਵਿੱਚ ਤੁਹਾਨੂੰ ਕੁਝ ਗਿਆਨ ਦੀ ਵੀ ਲੋੜ ਹੈ। ਗਿਆਨ ਤੋਂ ਭਾਵ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਜਿਹੜੇ ਅਨੁਸ਼ਾਸਨਹੀਨਤਾ ਹੈ ਜਾਂ ਜਦੋਂ ਬੱਚੇ ਅਨੁਸ਼ਾਸਨ ਨਹੀਂ ਫੋਲੋ ਕਰਦੇ ਜਾਂ ਇਨਡਿਸਿਪਲਿਨ ਹੈ ਉਹਦੀ ਰੀਜ਼ਨਸ ਕੀ ਨੇ, ਉਹਦੀਆਂ ਕਾਜ਼ਸ ਕਿੱਥੇ ਲਾਈ ਕਰਦੇ ਆ। ਤੁਹਾਨੂੰ ਉਹ ਨੌਲੇਜ ਜਾਂ ਜੋ ਰਿਸਰਚ ਕਹਿੰਦੀ ਹੈ ਉਹ ਪਤਾ ਹੋਣਾ ਜ਼ਰੂਰੀ ਹੈ। ਫਿਰ ਇੱਕ ਪਰਟੀਕੂਲਰ ਕਾਈਂਡ ਆਫ ਇਨਡਿਸਿਪਲਿਨ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ, ਇਸ ਚੀਜ਼ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ। ਬਟ ਉਸ ਗਿਆਨ ਦੇ ਬਾਵਜੂਦ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਕਲਾਸ ਨੂੰ ਡਿਸਿਪਲਿਨ ਕਰ ਸਕੋ। ਤੁਹਾਡੀ ਕਲਾਸ ਦਾ ਜੋ ਡਿਸਿਪਲਿਨ ਮੇਨਟੇਨ ਕਰਨਾ ਹੈ ਉਹ ਇੱਕ ਕਲਾ ਹੈ। ਕੁਝ ਅਧਿਆਪਕ ਬੜੇ ਆਰਾਮ ਨਾਲ ਆਪਣੀ ਕਲਾਸ ਡਿਸਿਪਲਿਨ ਮੇਨਟੇਨ ਕਰ ਲੈਂਦੇ ਨੇ, ਕੁਝ ਤੋਂ ਨਹੀਂ ਹੁੰਦਾ। ਉਸ ਦੇ ਨਾਲ ਇੱਕ ਸੈਂਸਿਟੀਵਿਟੀ ਹੋਣੀ ਵੀ ਜ਼ਰੂਰੀ ਹੈ। ਤੁਹਾਡੇ ਅੰਦਰ ਇੱਕ ਬੱਚਿਆਂ ਦੀ ਜੋ ਬਿਹੇਵੀਅਰ ਦੀਆਂ ਪ੍ਰੋਬਲਮਸ ਨੂੰ ਸਮਝ ਹੋਣੀ ਜਾਂ ਵਿਦਿਆਰਥੀਆਂ ਦੇ ਪ੍ਰਤੀ ਇੱਕ ਸਹਾਨੂਭੂਤੀ ਹੋਣੀ ਜ਼ਰੂਰੀ ਹੈ, ਕਿਉਂਕਿ ਆਪਾਂ ਡੰਡੇ ਨਾਲ ਡਿਸਿਪਲਿਨ ਵਾਲਾ ਕਨਸੈਪਟ ਤਾਂ ਹੁਣ ਵੈਸੇ ਵੀ ਨਹੀਂ ਰਿਹਾ। ਬਟ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਥੋੜ੍ਹੀ ਬਹੁਤ ਬੱਚੇ ਦੁਆਰਾ ਜੋ ਬਿਹੇਵੀਅਰਲ ਪ੍ਰੋਬਲਮਸ ਹੈ ਉਹ ਕਿਉਂ ਹੁੰਦੀਆਂ ਅਤੇ ਉਹਨਾਂ ਦੇ ਬਿਹੇਵੀਅਰ ਨੂੰ ਸਾਨੂੰ ਆਰਾਮ ਨਾਲ ਸਮਝਣ ਦੀ ਲੋੜ ਹੈ। ਉਸ ਦੇ ਨਾਲ ਇੱਕ ਆਤਮ ਵਿਸ਼ਵਾਸ ਹੋਣਾ ਵੀ ਜ਼ਰੂਰੀ ਹੈ ਕਿ ਤੁਸੀਂ ਇਨਡਿਸਿਪਲਿਨ ਦੀ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ। ਸੋ ਬੇਸਿਕਲੀ ਡਿਸਿਪਲਿਨ ਮੇਨਟੇਨ ਕਰਨਾ ਜਾਂ ਡਿਸਿਪਲਿਨ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ ਜਿਸ ਦੇ ਲਈ ਤੁਹਾਨੂੰ ਗਿਆਨ, ਹੁਨਰ ਅਤੇ ਇੱਕ ਸਹਾਨੂਭੂਤੀ ਅਤੇ ਆਤਮ ਵਿਸ਼ਵਾਸ ਦੀ ਲੋੜ ਹੈ। ਇਟ ਇਜ਼ ਅ ਪ੍ਰੋਸੈਸ ਆਫ ਗਾਈਡਿੰਗ ਚਿਲਡਰਨਸ ਬਿਹੇਵੀਅਰ। ਵਿਦਿਆਰਥੀ ਦੇ ਵਿਵਹਾਰ ਨੂੰ ਇੱਕ ਦਿਸ਼ਾ ਦੇਣ ਦੀ ਪ੍ਰਕਿਰਿਆ ਹੈ। ਸੈਟਿੰਗ ਲਿਮਿਟਸ ਆਰ ਆਲ ਕੰਸਰਨਡ ਵਿਦ ਹੈਲਪਿੰਗ ਦ ਚਿਲਡਰਨ ਟੂ ਲਰਨ ਹਾਊ ਟੂ ਟੇਕ ਕੇਅਰ ਆਫ ਦੈਮਸੈਲਵਸ। ਸੋ ਵਿਦਿਆਰਥੀ ਦੇ ਵਿਵਹਾਰ ਨੂੰ ਲੈ ਕੇ ਆਪਾਂ ਕੁਝ ਹੱਦਾਂ ਸਥਾਪਿਤ ਕਰ ਦਿੰਦੇ ਹਾਂ ਕਿ ਉਹ ਕੀ ਕਰ ਸਕਦਾ ਅਤੇ ਕੀ ਨਹੀਂ ਕਰ ਸਕਦਾ, ਜਿਸ ਦਾ ਇੱਕੋ ਉਦੇਸ਼ ਇਹ ਹੈ ਕਿ ਵਿਦਿਆਰਥੀ ਨੂੰ ਇਸ ਚੀਜ਼ ਦੀ ਸਿਖਲਾਈ ਦੇਣਾ ਹੈ ਕਿ ਉਹ ਆਪਣਾ ਧਿਆਨ ਕਿਵੇਂ ਰੱਖ ਸਕਣ, ਉਸ ਦੇ ਨਾਲ ਦੂਸਰੇ ਲੋਕਾਂ ਦਾ ਧਿਆਨ ਵੀ ਕਿਵੇਂ ਰੱਖ ਸਕਣ। ਜਿਵੇਂ ਸਪੋਜ਼ ਫੋਰ ਐਗਜ਼ਾਮਪਲ ਜਦੋਂ ਆਪਾਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ, ਤਾਂ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਖੁੱਲ੍ਹ ਹੈ ਕਿ ਉਹ ਜੋ ਮਰਜ਼ੀ ਬੋਲ ਸਕਦਾ, ਜੋ ਮਰਜ਼ੀ ਕਰ ਸਕਦਾ। ਬਟ ਦੈਟ ਡਜ਼ਨਟ ਮੀਨ ਕਿ ਅਸੀਂ ਕਿਸੇ ਦੂਸਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ। ਸੋ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਬੋਲਣਾ। ਉਸ ਦੇ ਨਾਲ ਸਾਨੂੰ ਦੂਸਰਿਆਂ ਦੀਆਂ ਭਾਵਨਾਵਾਂ ਦੀ ਰਿਸਪੈਕਟ ਕਰਨੀ ਵੀ ਆਉਣੀ ਚਾਹੀਦੀ ਹੈ। ਸੋ ਜਦੋਂ ਤੁਸੀਂ ਡਿਸਿਪਲਿਨਡ ਹੁੰਦੇ ਹੋ ਤੁਸੀਂ ਆਪਣਾ ਧਿਆਨ ਤਾਂ ਰੱਖਦੇ ਹੀ ਹੋ, ਉਸ ਦੇ ਨਾਲ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਅਤੇ ਆਲੇ ਦੁਆਲੇ ਦੀ ਦੁਨੀਆ ਦਾ ਵੀ ਧਿਆਨ ਰੱਖਦੇ ਹੋ ਰਾਈਟ। ਸੋ ਇੱਕ ਉਦੇਸ਼ ਡਿਸਿਪਲਿਨ ਦਾ ਵਿਦਿਆਰਥੀਆਂ ਦੇ ਵਿੱਚ ਉਹਨਾਂ ਨਜ਼ਰੀਆਂ ਨੂੰ, ਆਦਤਾਂ ਨੂੰ, ਵਿਚਾਰਾਂ ਨੂੰ ਅਤੇ ਇੱਕ ਕੋਡ ਆਫ ਕੰਡਕਟ ਆਪਣੇ ਬਿਹੇਵੀਅਰ ਨੂੰ ਕੰਡਕਟ ਕਰਨ ਦੇ ਕੁਝ ਪੁਆਇੰਟਸ ਸਥਾਪਿਤ ਕਰਨਾ ਹੈ, ਜਿਸ ਦੇ ਨਾਲ ਤੁਸੀਂ ਜਿਹੜਾ ਸਕੂਲ ਹੈ ਉਹਦੀ ਸਮਾਜਿਕ ਜ਼ਿੰਦਗੀ ਨੂੰ ਵਧੀਆ ਤਰ੍ਹਾਂ ਜੀਆ ਜਾ ਸਕੇ। ਸੋ ਸਕੂਲ ਇੱਕ ਸਮਾਜਿਕ ਸੰਸਥਾ ਹੈ ਜਿਸ ਦੇ ਵਿੱਚ ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਵਿਦਿਆਰਥੀ ਆਉਂਦੇ ਜੋ ਵੱਖ-ਵੱਖ ਸੱਭਿਆਚਾਰਕ ਪਿਛੋਕੜ ਤੋਂ ਆਉਂਦੇ ਨੇ, ਜਿਨ੍ਹਾਂ ਦੀਆਂ ਵੱਖ-ਵੱਖ ਲੋੜਾਂ ਨੇ। ਜੇ ਸਾਰੇ ਵਿਦਿਆਰਥੀ ਰਲ ਕੇ ਸਕੂਲ ਦੇ ਵਿੱਚ ਨਹੀਂ ਰਹਿਣਗੇ ਤਾਂ ਐਂਡ ਆਫ ਦ ਡੇ ਜਿਹੜਾ ਸਕੂਲ ਹੈ ਉਹ ਆਪਣੇ ਉਦੇਸ਼ ਅਚੀਵ ਨਹੀਂ ਕਰ ਸਕਦਾ। ਸੋ ਸਕੂਲ ਦੇ ਵਿੱਚ ਇੱਕ ਸਮਾਜਿਕ ਜ਼ਿੰਦਗੀ ਹੈ ਜੋ ਹਰ ਇੱਕ ਵਿਦਿਆਰਥੀ ਜਿਉਂਦਾ ਹੈ। ਉਸ ਸਮਾਜਿਕ ਜ਼ਿੰਦਗੀ ਦੇ ਸਾਧਨ ਦੇ ਨਾਲ ਜਾਂ ਉਸ ਸਮਾਜਿਕ ਜ਼ਿੰਦਗੀ ਦੇ ਜ਼ਰੀਏ ਅਸੀਂ ਵਿਦਿਆਰਥੀਆਂ ਦੇ ਵਿੱਚ ਅਨੁਸ਼ਾਸਨ ਦੇ ਰਾਹੀਂ ਇਸ ਤਰ੍ਹਾਂ ਦੇ ਨਜ਼ਰੀਏ, ਆਦਤ, ਵਿਚਾਰਾਂ ਦੀ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਜੋ ਆਪਣੇ ਵਿਵਹਾਰ ਨੂੰ ਜ਼ਿੰਦਗੀ ਦੇ ਵਿੱਚ ਵਧੀਆ ਤਰ੍ਹਾਂ ਕੰਡਕਟ ਕਰਨ। ਸੋ ਕਿਸੇ ਵੀ ਸਿੱਖਿਆ ਦਾ ਇੱਕ ਮੇਜਰ ਕੰਪੋਨੈਂਟ ਹੈ ਡਿਸਿਪਲਿਨ। ਕੋਈ ਵੀ ਸਿੱਖਿਆ ਡਿਸਿਪਲਿਨ ਤੋਂ ਬਿਨਾਂ ਅਧੂਰੀ ਹੈ। ਕਿਉਂਕਿ ਜੇ ਟੀਚਰ ਆਪਣੀ ਡਿਸਿਪਲਿਨ ਮੇਨਟੇਨ ਨਹੀਂ ਕਰੇਗਾ ਕਲਾਸ ਦੇ ਵਿੱਚ ਤਾਂ ਜਿਹੜੀ ਤੁਹਾਡੀ ਅਧਿਆਪਨ ਸਿੱਖਣ ਪ੍ਰਕਿਰਿਆ ਹੈ ਉਹ ਸਹੀ ਤਰ੍ਹਾਂ ਸੰਚਾਲਿਤ ਨਹੀਂ ਕੀਤੀ ਜਾ ਸਕਦੀ, ਜਿਸ ਰੀਜ਼ਨਸ ਕਰਕੇ ਜਦ ਤੱਕ ਸਿੱਖਣ ਵਾਤਾਵਰਨ ਵਧੀਆ ਤਰ੍ਹਾਂ ਦਾ ਜਿਹੜਾ ਸਿੱਖਿਆ ਵਾਤਾਵਰਨ ਹੈ ਉਹ ਸਿਰਜਿਆ ਨਹੀਂ ਜਾਏਗਾ ਉਦੋਂ ਤੱਕ ਸਿੱਖਿਆ ਦੇ ਉਦੇਸ਼ ਅਚੀਵ ਨਹੀਂ ਹੋਣਗੇ। ਸੋ ਸਿੱਖਿਆ ਦੇ ਉਦੇਸ਼ਾਂ ਨੂੰ ਅਚੀਵ ਕਰਨ ਲਈ ਜਾਂ ਹਾਸਿਲ ਕਰਨ ਲਈ ਜ਼ਰੂਰੀ ਹੈ ਕਿ ਕਲਾਸਾਂ ਦੇ ਵਿੱਚ ਜਿਹੜਾ ਵਾਤਾਵਰਨ ਹੈ ਉਹ ਸਿਰਜਣਾਤਮਕ ਹੋਵੇ, ਸਿੱਖਣ ਦੇ ਅਨੁਕੂਲ ਹੋਵੇ। ਐਂਡ ਇੱਕ ਸਿੱਖਣ ਦੇ ਅਨੁਕੂਲ ਵਾਤਾਵਰਨ ਉਹੀ ਹੁੰਦਾ ਜਿਸ ਦੇ ਵਿੱਚ ਜਿਹੜਾ ਵਿਦਿਆਰਥੀ ਹੈ ਉਸ ਦੇ ਨਾਲ ਅਧਿਆਪਕ ਹੈ ਉਹ ਅਨੁਸ਼ਾਸਨ ਦੇ ਵਿੱਚ ਰਹਿਣ। ਸੋ ਸਕੂਲ ਡਿਸਿਪਲਿਨ ਨੂੰ ਜੇ ਅਸੀਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹਦੀਆਂ ਕੀ ਡੈਫੀਨੇਸ਼ਨਸ ਨਿਕਲ ਕੇ ਆਉਂਦੀਆਂ। ਸਕੂਲ ਡਿਸਿਪਲਿਨ ਰੈਫਰਸ ਟੂ ਰੂਲਸ ਐਂਡ ਸਟ੍ਰੈਟਜੀਜ਼। ਉਹ ਨਿਯਮ ਜਾਂ ਉਹ ਵਿਧੀਆਂ ਜੋ ਸਕੂਲ ਦੇ ਵਿੱਚ ਅਪਲਾਈ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਵਿਦਿਆਰਥੀ ਦੇ ਵਿਵਹਾਰ ਦਾ ਪ੍ਰਬੰਧ ਕੀਤਾ ਜਾਂਦਾ। ਸੋ ਵਿਦਿਆਰਥੀ ਦੇ ਵਿਵਹਾਰ ਨੂੰ ਮੈਨੇਜ ਕਰਨ ਲਈ ਜਾਂ ਉਸਨੂੰ ਪ੍ਰਬੰਧ ਕਰਨ ਲਈ ਜੋ ਸਕੂਲ ਕੁਝ ਨਿਯਮ ਸਥਾਪਿਤ ਕਰਦਾ ਹੈ ਜਾਂ ਕੁਝ ਵਿਧੀਆਂ ਨੂੰ ਅਪਣਾਉਂਦਾ ਉਸ ਨੂੰ ਆਪਾਂ ਸਕੂਲ ਦਾ ਅਨੁਸ਼ਾਸਨ ਕਹਿੰਦੇ ਹਾਂ ਰਾਈਟ। ਐਂਡ ਅਲਟੀਮੇਟਲੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਗਤੀਵਿਧੀਆਂ ਦੇ ਨਾਲ ਵਿਦਿਆਰਥੀਆਂ ਵਿੱਚ ਸਵੈ ਅਨੁਸ਼ਾਸਨ ਦੀ ਭਾਵਨਾ ਦਾ ਵਿਕਾਸ ਹੋਵੇ। ਸੋ ਸਕੂਲ ਡਿਸਿਪਲਿਨ ਰੈਫਰਸ ਟੂ ਇੰਸਟਰਕਸ਼ਨਸ, ਰੂਲਸ, ਪਾਲਿਸੀਜ਼ ਐਂਡ ਪ੍ਰੈਕਟਿਸਿਸ।
ਉਹ ਨਿਰਦੇਸ਼, ਨਿਯਮ, ਨੀਤੀਆਂ ਅਤੇ ਜੋ ਡਿਫਰੈਂਟ ਤੁਹਾਡੀਆਂ ਸੰਚਾਲਿਤ ਕਰਨ ਦੀਆਂ ਗਤੀਵਿਧੀਆਂ ਨੇ, ਜਿਨ੍ਹਾਂ ਦਾ ਇੱਕੋ ਹੀ ਉਦੇਸ਼ ਹੈ ਕਿ ਉਹ ਵਿਦਿਆਰਥੀ ਦੇ ਬਿਹੇਵੀਅਰ ਨੂੰ ਕਲਾਸਰੂਮ ਵਿੱਚ ਵੀ ਤੇ ਸਕੂਲ ਵਿੱਚ, ਸਕੂਲ ਪੱਧਰ ਤੇ ਕਲਾਸ ਪੱਧਰ ਤੇ ਜਿਹੜਾ ਵਿਦਿਆਰਥੀ ਦਾ ਵਿਵਹਾਰ ਹੈ ਉਸਦਾ ਪ੍ਰਬੰਧ ਕੀਤਾ ਜਾਵੇ, ਰਾਈਟ। ਸੋ ਸਕੂਲ ਦੁਆਰਾ ਸਥਾਪਿਤ ਕੀਤੇ ਗਏ ਨਿਰਦੇਸ਼, ਨਿਯਮ, ਨੀਤੀਆਂ ਜਾਂ ਗਤੀਵਿਧੀਆਂ ਜਿਨ੍ਹਾਂ ਨਾਲ ਵਿਦਿਆਰਥੀ ਦੇ ਵਿਵਹਾਰ ਨੂੰ ਵਿਦਿਆਰਥੀ ਦੇ ਵਿਵਹਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਲਾਸ ਪੱਧਰ ਤੇ ਅਤੇ ਸਕੂਲ ਪੱਧਰ ਤੇ। ਸੋ ਬੇਸਿਕਲੀ ਜੇ ਆਪਾਂ ਦੇਖੀਏ ਤਾਂ ਸਕੂਲ ਡਿਸਿਪਲਿਨ ਦੇ ਦੋ ਮੁੱਖ ਉਦੇਸ਼ ਨੇ। ਇੱਕ ਤਾਂ ਸਭ ਦੀ ਸੇਫਟੀ ਰਹਿਣਾ, ਕਿਉਂਕਿ ਜੇ ਅਸੀਂ ਸਾਰੇ ਡਿਸਿਪਲਿਨ 'ਚ ਰਹਿੰਦੇ ਤਾਂ ਅਸੀਂ ਇੱਕ ਦੂਜੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਨਾ ਵਿਦਿਆਰਥੀ ਆਪਸ 'ਚ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ, ਨਾ ਹੀ ਸਟਾਫ ਹੈ ਜਿਹੜਾ, ਕਿਉਂਕਿ ਸਕੂਲ ਡਿਸਿਪਲਿਨ ਡਜ਼ਨਟ ਮੀਨ ਕਿ ਸਿਰਫ ਸਟੂਡੈਂਟ ਦਾ ਡਿਸਿਪਲਿਨ ਹੈ, ਉਸਦੇ ਵਿੱਚ ਅਧਿਆਪਕਾਂ ਦਾ ਅਨੁਸ਼ਾਸਨ ਵੀ ਸ਼ਾਮਲ ਹੁੰਦਾ। तो इस करके जो स्कूल कोई भी डिसिपलिन की प्रक्रिया स्थापित करता उहदे दो मुख्य उद्देश हैं कि वो अपने स्टाफ के स्टूडेंट्स की सिक्योरिटी या सेफ्टी यकीनी बनाना चाहता है। उसदे नाल एक इस तरह के वातावरण को सिरजना जिस दे नाल सिੱਖਣ प्रक्रिया जी वधिया ढंग नाल संचालित की जा सके। सो जब आप ब्रॉडर सेंस देखिए तो डिसिपलिन का अर्थ स्वै अनुशासन तो ही है। स्वै अनुशासन वो प्रोसैस है जिस दे नाल विद्यार्थी अपने व्यवहार को खुद ਰੈਗੂਲੇਟ ਕਰਦਾ, ਵਿਦਿਆਰਥੀ ਖੁਦ ਦੇਖਦਾ ਹੈ ਕਿ ਮੇਰੇ ਲਈ ਕੀ ਸਹੀ ਹੈ ਤੇ ਮੇਰੇ ਲਈ ਕੀ ਗਲਤ ਹੈ। ਅਨੁਸ਼ਾਸਨ ਜੋ ਅੰਦਰੋਂ ਆਉਂਦਾ ਵਿਦਿਆਰਥੀ ਦੇ, ਡੰਡੇ ਦੇ ਡਰ ਨਾਲ ਅਨੁਸ਼ਾਸਨ ਨਹੀਂ ਹੁੰਦਾ, ਰਾਈਟ। ਸੋ ਉਹ ਜਦੋਂ ਆਪਣੇ ਬਿਹੇਵੀਅਰ ਨੂੰ ਉਸ ਤਰ੍ਹਾਂ ਸੰਚਾਲਿਤ ਕਰਦਾ ਹੈ ਤਾਂ ਜੋ ਉਸਦੇ ਆਪਣੀਆਂ ਜੋ ਉਹਦੀ ਆਪਣੀ ਜ਼ਿੰਦਗੀ ਦੇ ਉਦੇਸ਼ ਹੈ ਉਹ ਵੀ ਹਾਸਲ ਹੋ ਸਕਣ, ਉਸਦੇ ਨਾਲ ਨਾਲ ਦੂਸਰੇ ਦੀਆਂ ਲੋੜਾਂ ਵੀ ਪੂਰਤੀ ਹੋ ਸਕੇ। ਸੋ ਦੂਸਰੇ ਦੀਆਂ ਲੋੜਾਂ ਤੋਂ ਕੀ ਭਾਵ ਹੈ, ਜਿਵੇਂ ਫੋਰ ਐਗਜ਼ਾਮਪਲ ਇਫ ਆਈ ਐਮ ਅ ਟੀਚਰ, ਮੈਂ ਕਲਾਸ 'ਚ ਪੜ੍ਹਾ ਰਹੀ ਹਾਂ, मेरा पढ़ाना या मेरा टॉपिक समझाना मेरी लोड़ है, राइट। सो जे मेरी क्लास बच्चे डिसिपलिन रहेंगे वो आप भी सीखणगे, उसदे नाल मैनू भी मेरा काम करन दे विच मदद करनगे। सो जदों असीं स्वै अनुशासन की गल करदे हां तां असीं कित्थे ना कित्थे अपने बिहेवियर नूं रैगूलेट करदे हां तां जो मेरी जिंदगी तां सही तरह निकले उसदे नाल जिहड़े मेरे आले दुआले दे लोग आ उन्हां ਦੀਆਂ जो लोड़ां मेरे प्रति ने वो भी पूरीआं हो सकन, राइट। सो बेसिकली जिहड़ा चरित्र एजुकेशन है या करैक्टर एजुकेशन है वही इसका एक अहम हिस्सा बन के उभरदा है। सो डिसिपलिन रेफर्स टू कन्फर्मिंग होंदा हाँ पक्की पहुँच रखना तो या मनना। सो जिन्ने भी थोड़े स्थापित रूल्स हैं, रेगूलेशनस हैं या निर्देश हैं जो स्कूल वालों समय ते इशू जारी किए जाते हैं उन्होंने उद्देशों को मनना नूं ही आपां अनुशासन कहने हैं। सो एक तरह की तरतीब पर वातावरण नूं सिरजा जाता है डिसिपलिन के राही। सो डिसिपलिन का भाव जे आपां समराइज करिए, तरतीब है, साडे आले दुआले सारा काम सही ढंग नाल ਹੁੰਦਾ ਰਹੇ। ਓਬੀਡੀਐਂਸ ਹੈ, ਮੰਨਣਾ, ਜੋ ਤੁਹਾਨੂੰ ਕਿਹਾ ਗਿਆ ਉਸਨੂੰ ਉਸ ਗੱਲਾਂ ਨੂੰ ਸਹੀ ਤਰ੍ਹਾਂ ਮੰਨਣਾ ਅਤੇ ਇੱਕ ਪ੍ਰੋਪਰ ਸਬੋਰਡੀਨੇਸ਼ਨ ਰੱਖਣਾ ਅਮੰਗ ਦੀ। ਦੇਖੋ ਜਦੋਂ ਆਪਾਂ ਗੱਲ ਕਰੀਏ ਟੀਚਰਸ ਦੇ ਵਿੱਚ ਲੈ ਕੇ ਤਾਂ ਉਹਦੇ ਵਿੱਚ ਇੱਕ ਹਾਇਰਾਰਕੀ ਹੁੰਦੀ ਹੈ। ਪ੍ਰਿੰਸੀਪਲ ਹੈ ਜੋ ਸੀਨੀਅਰ ਮੋਸਟ ਪੋਸਟ 'ਤੇ ਹੁੰਦੇ, ਉਸ ਤੋਂ ਜੂਨੀਅਰ ਹੋ ਸਕਦਾ ਆਪਣੇ ਕੋਲ ਵਾਈਸ ਪ੍ਰਿੰਸੀਪਲ ਜਾਂ ਤਾਂ ਵਾਈਸ ਪ੍ਰਿੰਸੀਪਲ ਹੋਣਗੇ, ਵਾਈਸ ਪ੍ਰਿੰਸੀਪਲ ਤੋਂ ਨੀਚੇ ਫਿਰ ਕੋਈ ਟੀਚਰ ਕੋਆਰਡੀਨੇਟਰਸ ਹੋਣਗੇ, ਫਿਰ ਕੋਈ ਸੀਨੀਅਰ ਟੀਚਰਸ ਹੋਣਗੇ, ਫਿਰ ਜੂਨੀਅਰ ਟੀਚਰਸ ਹੋਣਗੇ। ਸੋ ਤੁਹਾਡੇ ਕੋਲ ਇੱਕ ਹਾਇਰਾਰਕੀ ਹੈ ਜਿਸ ਕਰਕੇ ਹਰ ਇੱਕ ਛੋਟੇ ਨੂੰ ਆਪਣੇ ਵੱਡੇ ਦੀ ਗੱਲ ਮੰਨਣੀ ਪੈਂਦੀ ਹੈ। ਸੋ ਡਿਸਿਪਲਿਨ ਦੇ ਨਾਲ ਉਹ ਜਿਹੜੀ ਸਬੋਰਡੀਨੇਸ਼ਨ ਹੈ ਕਿ ਛੋਟਾ ਵੱਡੇ ਦੀ ਗੱਲ ਮੰਨੇ, ਉਸ ਚੀਜ਼ ਨੂੰ ਵੀ ਯਕੀਨੀ ਬਣਾਇਆ ਜਾਂਦਾ। ਸੋ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਮਤਲਬ ਇੱਕ ਲਿਬਰਟੀ ਹੁੰਦੀ ਹੈ ਬਹੁਤੀ ਵਾਰ, ਜਿਵੇਂ ਸਾਡੀ ਆਜ਼ਾਦੀ ਨੂੰ ਅਸੀਂ ਗਲਤ ਮਾਇਨਿਆਂ ਵਿੱਚ ਵਰਤ ਲੈਂਦੇ ਹਾਂ, ਉਸ ਜਿਹੜੀ ਆਜ਼ਾਦੀ ਨੂੰ ਗਲਤ ਮਾਇਨਿਆਂ ਵਿੱਚ ਵਰਤਣ 'ਤੇ ਰੋਕ ਲਗਾਉਣ ਦਾ ਪ੍ਰੋਸੈਸ ਹੈ ਡਿਸਿਪਲਿਨ ਕਰਨਾ। ਵੀ ਅਸੀਂ ਇਹ ਨਹੀਂ ਵੀ ਮੇਰੇ ਮਨ 'ਚ ਜੋ ਆਇਆ ਮੈਂ ਕਰੀ ਜਾਵਾਂ, ਮੇਰਾ ਮਨ ਆਇਆ ਮੈਂ ਜਿੰਨੀਆਂ ਮਰਜ਼ੀ ਛੁੱਟੀਆਂ ਲਵਾਂ। ਸੋ ਯੂ ਨੀਡ ਟੂ ਹੈਵ ਅ ਡਿਸਿਪਲਿਨ ਕਾਈਂਡ ਆਫ ਐਨ ਅਪਰੋਚ ਜਿਸ 'ਚ ਅਸੀਂ ਇੱਕ ਚੈੱਕ ਰੱਖਦੇ ਹਾਂ ਹਾਊ ਮੈਨੀ ਹੌਲੀਡੇਜ਼ ਐਂਡ ਤੁਹਾਨੂੰ ਹੌਲੀਡੇਜ਼ ਸੈਂਕਸ਼ਨ ਕਰਾਉਣੀਆਂ ਪੈਂਦੀਆਂ ਸੋ ਦੈਟ ਐਂਡ ਆਫ ਦ ਡੇ ਇਹ ਨਾ ਹੋਵੇ ਵੀ 30 ਦਿਨਾਂ 'ਚੋਂ ਅਸੀਂ 20 ਦਿਨ ਤਾਂ ਆਪਣੀ ਛੁੱਟੀ ਲੈ ਕੇ ਬੈਠੇ ਹਾਂ ਔਨ ਦੀ ਨੇਮ ਆਫ ਲਿਬਰਟੀ, ਵੀ ਮੇਰੀ ਮਰਜ਼ੀ, ਮੈਂ ਬਿਮਾਰ ਹਾਂ ਤਾਂ ਆਈ ਕੈਨ ਟੇਕ ਅ ਲੀਵ। ਦਿਸ ਇਜ਼ ਨਾਟ ਹਾਊ ਸਕੂਲਸ ਆਰ ਕੰਡਕਟਡ। ਸੋ ਇਟ ਇਜ਼ ਅ ਫੋਰਸ, ਇੱਕ ਤਰ੍ਹਾਂ ਦੀ ਤਾਕਤ ਵੀ ਹੈ ਕਿਉਂਕਿ ਓਬਵੀਅਸਲੀ ਜਿਹੜਾ ਸੀਨੀਅਰ ਹੈ ਉਹਦੇ ਕੋਲ ਇੱਕ ਤਰ੍ਹਾਂ ਦਾ ਟੂਲ ਹੈ ਡਿਸਿਪਲਿਨ ਜਿਸ ਦੇ ਨਾਲ ਉਹ ਆਪਣੇ ਜੂਨੀਅਰ ਨੂੰ ਦੇ ਬਿਹੇਵੀਅਰ ਨੂੰ ਰੈਗੂਲੇਟ ਕਰ ਸਕਦਾ। ਸੋ ਐਂਡ ਆਫ ਦ ਡੇ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਹ ਉਹ ਤਾਕਤ ਹੈ ਸਾਡੇ ਅੰਦਰੋਂ ਜੋ ਸਾਨੂੰ ਮੋਟੀਵੇਟ ਕਰਦੀ ਹੈ ਕਿ ਅਸੀਂ ਸਵੈ ਅਨੁਸ਼ਾਸਨ ਨੂੰ ਮੇਨਟੇਨ ਕਰ ਸਕੀਏ। ਸੋ ਜਿਸ ਦੇ ਨਾਲ ਕਿ ਅਸੀਂ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕੁਛ ਨਿਯਮ, ਕੁਛ ਰੈਗੂਲੇਸ਼ਨਸ ਅਤੇ ਕੁਛ ਤਰਤੀਬ ਆਪਣੇ ਲਈ ਖੁਦ ਸਿਰਜੀਏ ਅਤੇ ਉਹਨਾਂ ਨੂੰ ਫੋਲੋ ਕਰੀਏ। ਸੋ ਦਿਸ ਮੀਨਸ ਅ ਗੁੱਡ ਅੰਡਰਸਟੈਂਡਿੰਗ ਆਫ ਰਾਈਟ ਕੰਡਕਟ, ਤੁਹਾਨੂੰ ਇੱਕ ਸਹੀ ਸਮਝ ਹੋਣਾ ਕਿ ਵਾਟ ਇਜ਼ ਰਾਈਟ, ਕੀ ਰਾਈਟ ਬਿਹੇਵੀਅਰ ਹੈ ਉਹ ਤੁਹਾਨੂੰ ਪਤਾ ਹੋਣਾ। ਇੱਛਤ ਹੈਬਿਟਸ ਨੂੰ ਤੁਹਾਡੇ ਅੰਦਰ ਤੁਸੀਂ ਉਹ ਕਰੋ, ਵਾਟ ਐਵਰ ਇਜ਼ ਡਿਜ਼ਾਇਰੇਬਲ ਆਫ ਯੂ, ਤੁਹਾਡੇ ਤੋਂ ਕੀ ਆਸ ਰੱਖੀ ਜਾਂਦੀ ਹੈ, ਤੁਹਾਡੇ ਤੋਂ ਕੀ ਇੱਛਾ ਰੱਖੀਆਂ ਜਾਂਦੀਆਂ ਨੇ ਸਮਾਜਿਕ ਪੱਧਰ 'ਤੇ, ਸਕੂਲ ਪੱਧਰ 'ਤੇ, ਮਾਂ ਬਾਪ ਵੱਲੋਂ, ਉਹਨਾਂ ਆਦਤਾਂ ਨੂੰ ਆਪਣੇ ਅੰਦਰ ਕਲਟੀਵੇਟ ਕਰਨਾ, ਉਹਨਾਂ ਨਜ਼ਰੀਆਂ ਨੂੰ ਆਪਣੇ ਅੰਦਰ ਕਲਟੀਵੇਟ ਕਰਨਾ ਜੋ ਸਮਾਜ ਸਾਨੂੰ ਐਕਸਪੈਕਟ ਕਰਦਾ ਕਿ ਇਹ ਸਿਟੀਜ਼ਨਸ ਆਫ ਦੀ ਕੰਟਰੀ ਸਾਡੇ ਅੰਦਰ ਹੋਣੀਆਂ ਚਾਹੀਦੀਆਂ ਨੇ। ਫਿਰ ਉਹਨਾਂ ਮਿਆਰਾਂ ਨੂੰ ਜਾਂ ਉਹਨਾਂ ਸਟੈਂਡਰਡਸ ਨੂੰ ਮੰਨਣਾ ਵੀ, ਇਹ ਨਹੀਂ ਕਿ ਸਿਰਫ ਆਪਾਂ ਨੂੰ ਪਤਾ ਤਾਂ ਹੈ ਓਕੇ ਫਾਈਨ ਮੈਂ ਹੈਲਮਟ ਪਾ ਕੇ ਜਾਣੀ ਹੈ ਨਹੀਂ ਤਾਂ ਮੇਰਾ ਚਲਾਨ ਕੱਟ ਜਾਏਗਾ ਮੈਨੂੰ ਪਤਾ ਹੈ, ਬਟ ਅਸੀਂ ਹੈਲਮਟ ਕਦੇ ਪਾਉਂਦੇ ਹੀ ਨਹੀਂ। ਸੋ
ਸੋ ਦਿਸ ਇਜ਼ ਨੋਟ ਵਾਟ ਇਜ਼ ਡਿਸਿਪਲਿਨ। ਡਿਸਿਪਲਿਨ ਦਾ ਮਤਲਬ ਹੈ ਪੁਲਿਸ ਵਾਲੇ ਹੋਣ ਜਾਂ ਨਾ ਹੋਣ, ਅਸੀਂ ਹੈਲਮਟ ਪਾ ਕੇ ਹੀ ਸਕੂਟਰ ਚਲਾਉਣਾ ਹੈ, ਰਾਈਟ। ਸੋ ਇਟ ਇੰਕਲੂਡਸ ਸੋਸ਼ਲਾਈਜੇਸ਼ਨ ਆਫ ਬਿਹੇਵੀਅਰ। ਸੋ ਸਮਾਜੀਕਰਨ ਹੁੰਦਾ ਇਸ ਤਰ੍ਹਾਂ ਬਿਹੇਵੀਅਰ ਦਾ, ਅਤੇ ਤੁਹਾਨੂੰ ਕਿਸੇ ਵੀ ਕੰਮ ਨੂੰ ਕਰਨ ਦਾ ਜੋ ਢੰਗ ਹੈ ਉਹ ਕਲੀਅਰਲੀ ਪਤਾ ਲੱਗਦਾ, ਇੱਕ ਦੂਜੇ ਨਾਲ ਸਹਿਯੋਗ ਵਿੱਚ ਰਹਿੰਦੇ ਹਾਂ। ਲਿਵਿੰਗ ਇਨ ਕੋਆਪਰੇਸ਼ਨ ਮੀਨਸ ਅਸੀਂ ਇੱਕ ਦੂਜੇ ਦੇ ਸਹਿਯੋਗ ਵਿੱਚ ਰਹਾਂਗੇ, ਅਤੇ ਅਸੀਂ ਆਪ ਤੋਂ ਵੱਡੇ ਦੇ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹਾਂ। ਉਸ ਆਪਣੀ ਜਿਹੜੀਆਂ ਵਿਅਕਤੀਗਤ ਰੁਚੀਆਂ ਉਹਨਾਂ ਤੋਂ ਉੱਪਰ ਅਸੀਂ ਸਮਾਜਿਕ ਰੁਚੀਆਂ ਨੂੰ ਰੱਖਦੇ ਹਾਂ। ਸੋ ਸਾਨੂੰ ਇਹ ਲੱਗਦਾ ਕਿ ਮੇਰੀ ਵਿਅਕਤੀਗਤ ਜਿਹੜਾ ਇੰਟਰਸਟ ਹੈ ਕਿ ਮੈਂ ਇਹ ਕਰਨਾ ਚਾਹੁੰਦਾ, ਜੇ ਮੈਂ ਕਲਾਸ 'ਚ ਬੈਠੀ ਹਾਂ, ਮੇਰਾ ਜੀ ਕਰ ਰਿਹਾ ਕਿ ਮੈਂ ਉੱਚੀ ਉੱਚੀ ਚੀਕਾਂ ਮਾਰਨੀ ਹੈ, ਬਟ ਮੇਰੀਆਂ ਚੀਕਾਂ ਮਾਰਨ ਨਾਲ ਮੇਰੀ ਪੂਰੀ ਕਲਾਸ ਡਿਸਟਰਬ ਹੁੰਦੀ ਹੈ, ਤਾਂ ਮੈਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਸੋ ਜੋ ਸਾਡੀ ਗਰੁੱਪ ਦਾ ਇੰਟਰਸਟ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਦੈਨ ਦ ਇੰਡੀਵਿਜੂਅਲ ਇੰਟਰਸਟ, ਰਾਈਟ। ਸੋ ਡਿਸਿਪਲਿਨ ਨੂੰ ਜੇ ਆਪਾਂ ਸਮਝੀਏ ਤਾਂ ਦਿਸ ਇਜ਼ ਕਲਟੀਵੇਸ਼ਨ ਆਫ ਸਰਟਨ ਡਿਜ਼ਾਇਰੇਬਲ ਐਟੀਟਿਊਡਸ, ਹੈਬਿਟਸ ਐਂਡ ਵੈਲਿਊਜ਼ ਇਨ ਇੰਡੀਵਿਜੂਅਲ ਪਿਊਪਲ। ਹਰ ਇੱਕ ਵਿਦਿਆਰਥੀ ਵਿੱਚ ਵਿਅਕਤੀਗਤ ਤੌਰ 'ਤੇ ਜਿਹੜੀਆਂ ਕੁਝ ਡਿਜ਼ਾਇਰੇਬਲ ਵੈਲਿਊਜ਼ ਨੇ, ਤੁਹਾਡੇ ਤੋਂ ਆਸ ਕੀਤੀ ਜਾਂਦੀ ਹੈ ਐਜ਼ ਅ ਸਟੂਡੈਂਟ ਕਿ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ ਨੇ। ਇੱਕ ਐਟੀਟਿਊਡਸ ਹੈ ਜੋ ਤੁਹਾਡੇ ਤੋਂ ਅਗੇਨ ਆਸ ਕੀਤੀ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਬਹੁਤ ਵਾਰ ਕਲਾਸ ਕਿਹਾ ਕਿ ਵੈਨ ਵੀ ਆਰ ਸਟੂਡੈਂਟ, ਸਾਡੀ ਲਾਈਫ 'ਚ ਇੱਕੋ ਹੀ ਉਦੇਸ਼ ਹੋਣਾ ਚਾਹੀਦਾ ਕਿ ਅਸੀਂ ਪੜ੍ਹਨਾ ਹੈ। ਵੀ ਆਰ ਸਟੂਡੈਂਟ ਤਾਂ ਹੀ ਸਟੂਡੈਂਟ ਆ, ਵੀ ਆਰ ਸਟੂਡੈਂਟ ਤੋਂ ਸਾਡੀ ਲਾਈਫ ਦਾ ਸਭ ਤੋਂ ਇੰਪੋਰਟੈਂਟ ਜੋ ਆਸਪੈਕਟ ਇਸ ਟਾਈਮ ਹੈ ਉਹ ਕੁਝ ਸਿੱਖਣ ਦਾ ਹੈ। ਸੋ ਸਾਡੇ ਅੰਦਰ ਉਸ ਤਰ੍ਹਾਂ ਦਾ ਨਜ਼ਰੀਆ ਹੋਣਾ ਚਾਹੀਦਾ ਜਿਸ ਦੇ ਵਿੱਚ ਅਸੀਂ ਸਿੱਖਣ ਨੂੰ ਜਿਹੜੀ ਇੰਪੋਰਟੈਂਸ ਦੇਈਏ, ਐਂਡ ਪਲੱਸ ਉਹਨਾਂ ਵੈਲਿਊਜ਼ ਨੂੰ ਜਾਂ ਕਦਰਾਂ ਕੀਮਤਾਂ ਨੂੰ ਦਾ ਵਿਕਾਸ ਕਰਨਾ ਜਿਸ ਦੇ ਨਾਲ ਵਿਦਿਆਰਥੀ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਨਿਭਾ ਸਕਣ। ਸੋ ਕੁਝ ਆਸਪੈਕਟਸ ਹੈ ਡਿਸਿਪਲਿਨ ਦੇ। ਜਦੋਂ ਆਪਾਂ ਡਿਸਿਪਲਿਨ ਦੇਖੀਏ, 3 ਤਰ੍ਹਾਂ ਡਿਸਿਪਲਿਨ ਨੂੰ ਦੇਖਿਆ ਗਿਆ। ਇੱਕ ਨੈਗੇਟਿਵ ਡਿਸਿਪਲਿਨ ਹੈ, ਦੂਸਰਾ ਪੋਜ਼ਿਟਿਵ ਹੈ, ਨਕਾਰਾਤਮਕ ਅਨੁਸ਼ਾਸਨ, ਸਕਾਰਾਤਮਕ ਅਨੁਸ਼ਾਸਨ, ਤੇ ਸਵੈ ਨਿਰੰਤਰਨ ਜਾਂ ਸੈਲਫ ਕੰਟਰੋਲ ਦੇ ਆਸਪੈਕਟ ਨਾਲ ਡਿਵੈਲਪ ਹੋਇਆ ਡਿਸਿਪਲਿਨ। ਨੈਗੇਟਿਵ ਡਿਸਿਪਲਿਨ ਕਿਹੜਾ ਹੁੰਦਾ ਹੈ? ਜਿਹੜਾ ਕਿ ਕਿਸੇ ਤਾਕਤ ਜਾਂ ਬਾਹਰਲੇ ਪ੍ਰਭਾਵ ਕਾਰਨ ਹੋ ਰਿਹਾ। ਸੋ ਜੇ ਪੁਲਿਸ ਵਾਲੇ ਖੜੇ ਆ ਤੇ ਅਸੀਂ ਹੈਲਮਟ ਪਾ ਲੈਂਦੇ ਹਾਂ, ਦਿਸ ਇਜ਼ ਅ ਨੈਗੇਟਿਵ ਡਿਸਿਪਲਿਨ, ਰਾਈਟ। So this is an aspect of discipline is identified with ensuring that subordinates adhere strictly to the rules and punishment is meted out. So ਤੁਹਾਨੂੰ ਜਿਹੜਾ ਸੀਨੀਅਰ ਉਹ ਯਕੀਨੀ ਬਣਾਉਂਦਾ ਕਿ ਮੇਰੇ ਤੋਂ ਨੀਵੇਂ ਜਿਹੜੇ ਲੋਕ ਨੇ ਜਾਂ ਮੇਰੇ ਤੋਂ ਜਿਹੜੇ ਛੋਟੇ ਨੇ ਉਹ ਡਿਸਿਪਲਿਨ ਨੂੰ ਫੋਲੋ ਕਰਨ, ਐਂਡ ਜੇ ਤੁਸੀਂ ਰੂਲਸ ਨੂੰ ਤੋੜਦੇ ਹੋ ਤਾਂ ਉਸ ਹਾਲਾਤਾਂ ਵਿੱਚ ਤੁਹਾਨੂੰ ਜਿਹੜੀ ਪਨਿਸ਼ਮੈਂਟ ਹੈ ਜਾਂ ਸਜ਼ਾ ਦਿੱਤੀ ਜਾਂਦੀ ਹੈ। ਸੋ ਇੱਥੋਂ ਤੱਕ ਕਿ ਕਾਫੀ ਸਟ੍ਰਿਕਟ ਪੈਨਲਟੀਜ਼ ਵੀ ਲਾਈਆਂ ਜਾਂਦੀਆਂ, ਜਿਵੇਂ ਆਪਾਂ ਕਹਿੰਦੇ ਆਪਣੇ ਪੁਲਿਸ ਵਾਲੇ ਚਲਾਨ ਕੱਟ ਦਿੰਦੇ ਨੇ, ਜਾਂ ਓਵਰ ਦ ਟਾਈਮਸ ਤੁਸੀਂ ਦੇਖਿਆ ਟ੍ਰੈਫਿਕ ਪੁਲਿਸ ਦੇ ਚਲਾਨ ਹੈ ਜਿਹੜੇ ਉਹ ਵੱਧਦੇ ਜਾਂਦੇ ਨੇ ਤਾਂ ਜੋ ਤੁਹਾਨੂੰ ਜਿਹੜਾ ਫਾਈਨ ਹੈ ਪੇ ਕਰਨਾ ਉਹਦੀ ਅਮਾਊਂਟ ਜ਼ਿਆਦਾ ਹੋ ਜਾਏ, ਐਂਡ ਉਸ ਡਰ ਕਾਰਨ ਤੁਸੀਂ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ। ਸੋ ਇਹਦੇ ਵਿੱਚ ਮੇਨ ਪਰਪਸ ਕੀ ਹੈ ਕਿ ਫੀਅਰ ਆਫ ਪਨਿਸ਼ਮੈਂਟ, ਜਿਹੜੀ ਸਜ਼ਾ ਦਾ ਡਰ ਹੈ ਉਹ ਇੱਕ ਤਰ੍ਹਾਂ ਦਾ ਕੰਮ ਕਰਦਾ ਜਿਸ ਦੇ ਵਿੱਚ ਅਸੀਂ ਅਨੁਸ਼ਾਸਨ ਵਿੱਚ ਰਹਿੰਦੇ ਵੀ ਮੈਨੂੰ ਸਜ਼ਾ ਨਾ ਮਿਲ ਜਾਏ। ਸੋ ਸਜ਼ਾ ਦੇ ਡਰ ਕਾਰਨ ਜਿਹੜਾ ਇੱਕ ਵਿਦਿਆਰਥੀ ਹੈ ਜਾਂ ਕੋਈ ਵੀ ਇਨਸਾਨ ਹੈ ਉਹ ਅਨੁਸ਼ਾਸਨ ਵਿੱਚ ਰਹਿੰਦਾ ਹੈ। ਇਹਨੂੰ ਆਪਾਂ ਨੈਗੇਟਿਵ ਡਿਸਿਪਲਿਨ ਕਿਉਂ ਕਹਿੰਦੇ ਹਾਂ? ਕਿਉਂਕਿ ਜਦੋਂ ਹੀ ਸਜ਼ਾ ਦਾ ਡਰ ਖਤਮ ਹੋ ਜਾਏਗਾ ਉਦੋਂ ਅਨੁਸ਼ਾਸਨ ਵੀ ਖਤਮ ਹੋ ਜਾਏਗਾ, ਡਿਸਿਪਲਿਨ ਦੀ ਭਾਵਨਾ ਵੀ ਸਾਡੇ ਵਿੱਚੋਂ ਖਤਮ ਹੋ ਜਾਏਗੀ, ਰਾਈਟ। ਪੋਜ਼ਿਟਿਵ ਡਿਸਿਪਲਿਨ ਕੀ ਹੁੰਦਾ? ਜਦੋਂ ਅਸੀਂ ਕਿਸੇ ਡਰ ਕਾਰਨ ਨਹੀਂ, ਬਟ ਸਾਡਾ ਇੱਕ ਇੱਛਾ ਹੁੰਦੀ ਹੈ ਕਿ ਅਸੀਂ ਮਤਲਬ ਇੱਕ ਵਧੀਆ ਬਿਹੇਵੀਅਰ ਦਿਖਾ ਕੇ ਜੋ ਸਹਿਯੋਗ ਦੇਣਾ ਹੈ ਆਪਣੇ ਸੀਨੀਅਰ ਨੂੰ ਜਾਂ ਗਵਰਨਮੈਂਟ ਨੂੰ ਸਹਿਯੋਗ ਦੇਣਾ। ਸੋ ਜਿਵੇਂ ਆਪਾਂ ਕਹੀਏ ਕਿ ਆਪਾਂ ਲੋਕਡਾਊਨ ਦੇ ਵਿੱਚ ਅੰਦਰ ਬੈਠੇ ਹਾਂ ਵਿਦ ਅ ਫੀਲਿੰਗ ਕਿ ਜੇ ਸਾਡਾ ਇੱਕ ਬਿਹੇਵੀਅਰ ਸਾਡੀ ਗਵਰਨਮੈਂਟ ਨੂੰ ਹੈਲਪ ਕਰ ਰਿਹਾ ਇਨ ਟੈਕਲਿੰਗ ਕੋਵਿਡ ਤਾਂ ਅਸੀਂ ਉਹ ਕੰਮ ਕਰਨਾ। ਸੋ ਦੈਨ ਦੈਟ ਇਜ਼ ਕਾਲਡ ਪੋਜ਼ਿਟਿਵ ਡਿਸਿਪਲਿਨ, ਜਿਸ 'ਚ ਅਸੀਂ ਆਪਣੇ ਆਪ ਨੂੰ ਡਿਸਿਪਲਿਨ 'ਚ ਕਿਸੇ ਸਜ਼ਾ ਦੇ ਡਰ ਕਾਰਨ ਨਹੀਂ ਬਟ ਇੱਕ ਸਹਿਯੋਗ ਦੀ ਭਾਵਨਾ ਦੇ ਨਾਲ ਰੱਖਦੇ ਹਾਂ ਕਿ ਤਾਂ ਜੋ ਸਾਡੇ ਜਿਹੜੇ ਉਦੇਸ਼ ਉਹ ਕਾਮਨ ਹੈ। ਸੋ ਜਿਵੇਂ ਸਪੋਜ਼ ਕਲਾਸ ਦੇ ਵਿੱਚ ਜਿਹੜੇ ਸਟੂਡੈਂਟਸ ਹੈ ਉਹ ਇਸ ਲਈ ਡਿਸਿਪਲਿਨ 'ਚ ਬੈਠਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਚੁੱਪ ਕੇ ਬੈਠਾਂਗੇ ਤਾਂ ਮੈਮ ਆਪਣਾ ਟੌਪਿਕ ਵਧੀਆ ਤਰ੍ਹਾਂ ਪੜ੍ਹਾ ਪਾਉਣਗੇ, ਅਤੇ ਜੇ ਮੈਮ ਵਧੀਆ ਤਰ੍ਹਾਂ ਟੌਪਿਕ ਪੜ੍ਹਾ ਪਾਉਣਗੇ ਤਾਂ ਸਾਡੇ ਦੋਨਾਂ ਨੂੰ ਟੌਪਿਕ ਹੈ ਜਿਹੜਾ ਉਹ ਸਮਝ ਆ ਜਾਊਗਾ, ਐਂਡ ਸਾਡੀ ਦੋਨਾਂ ਦੀ ਜਿਹੜਾ ਓਬਜੈਕਟਿਵ ਹੈ ਉਹ ਅਚੀਵ ਹੋ ਜਾਊਗਾ, ਰਾਈਟ। ਸੋ ਇਹਦੇ 'ਚ ਤੁਹਾਡੀ ਇੱਛਾ ਹੁੰਦੀ ਹੈ, ਵਿਲਿੰਗਨੈਸ ਹੈ, ਤੁਸੀਂ ਆਪਣੀ ਇੱਛਾ ਦੇ ਨਾਲ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋ, ਜਿਸ ਦੇ ਨਾਲ ਐਂਡ ਵਿੱਚ ਤੁਹਾਨੂੰ ਫਿਰ ਇਮੋਸ਼ਨਲ ਸੈਟਿਸਫੈਕਸ਼ਨ ਵੀ ਮਿਲਦੀ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੋ ਅੰਦਰ ਨੂੰ ਆਪਣੇ ਅੰਦਰੂਨੀ ਭਾਵਨਾਵਾਂ ਦਾ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਹੁੰਦਾ, ਅਸੀਂ ਖੁਸ਼ੀ ਜਾਂ ਸੰਤੁਸ਼ਟੀ ਮਹਿਸੂਸ ਕਰਦੇ ਹਾਂ ਉਸ ਡਿਸਿਪਲਿਨ ਨੂੰ ਫੋਲੋ ਕਰਕੇ। ਉਸ ਇਸ ਨਾਲ ਤੁਹਾਡੀਆਂ ਵਿਅਕਤੀਗਤ ਲੋੜਾਂ ਵੀ ਹਾਸਿਲ ਹੋ ਜਾਂਦੀਆਂ, ਉਸ ਦੇ ਨਾਲ ਨਾਲ ਸੰਸਥਾ ਦੇ ਉਦੇਸ਼ ਵੀ ਹਾਸਿਲ ਹੋ ਜਾਂਦੇ ਨੇ, ਰਾਈਟ। ਤੀਸਰਾ ਡਿਸਿਪਲਿਨ ਦਾ ਲੈਵਲ ਹਾਇਰ ਲੈਵਲ ਦਾ ਜੋ ਸੈਲਫ ਕੰਟਰੋਲ ਦੇ ਵਿੱਚ ਹੈ ਕਿ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਵਿਅਕਤੀਗਤ ਤੌਰ 'ਤੇ ਇਸ ਤਰ੍ਹਾਂ ਦੀ ਸਿਖਲਾਈ ਦਿੰਦੇ ਹਾਂ ਜਾਂ ਸਾਡਾ ਵਿਕਾਸ ਇਸ ਤਰ੍ਹਾਂ ਕਰਦੇ ਹਾਂ ਜਿਸ ਨਾਲ ਅਸੀਂ ਆਪਣੇ ਆਪ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਜਾਂ ਸਮੇਂ ਦੀ ਮੰਗ ਅਨੁਸਾਰ ਜਾਂ ਸੰਸਥਾ ਦੀ ਲੋੜ ਸੰਸਥਾ ਦੀਆਂ ਮੰਗਾਂ ਅਨੁਸਾਰ ਆਪਣੇ ਆਪ ਨੂੰ ਅਡੈਪਟ ਕਰ ਲੈਂਦੇ ਹਾਂ। ਸੋ ਜਿੱਥੇ ਜਿਵੇਂ ਦੀ ਚੀਜ਼ ਐਕਸਪੈਕਟਿਡ ਹੁੰਦੀ ਹੈ ਤੁਹਾਡੇ ਤੋਂ, ਤੁਸੀਂ ਉਸ ਤਰ੍ਹਾਂ ਦੀਆਂ ਜਿਹੜੀਆਂ ਵੈਲਿਊਜ਼ ਆਪਣੇ ਅੰਦਰ ਇਨਕਲਕੇਟ ਕਰ ਲੈਂਦੇ ਹੋ। ਸੋ ਉਸ ਨੂੰ ਆਪਾਂ ਕਹਿੰਦੇ ਹਾਂ ਸੈਲਫ ਡਿਸਿਪਲਿਨ ਵੀ ਕਹਿੰਦੇ ਹਾਂ। ਸੋ ਜਿੱਥੇ ਇਨਸਾਨ ਆਪਣੀਆਂ ਇੱਛਾਵਾਂ ਨੂੰ ਕੰਟਰੋਲ ਕਰਨਾ ਜਾਣਦਾ ਹੈ ਅਤੇ ਲੋੜ ਅਨੁਸਾਰ ਜੋ ਚੀਜ਼ ਉਸ ਤੋਂ ਐਕਸਪੈਕਟ ਕੀਤੀ ਜਾਂਦੀ ਹੈ ਉਸ ਤਰ੍ਹਾਂ ਦਾ ਵੈਲਿਊ ਸਿਸਟਮ ਉਸ ਵਿੱਚ ਡਿਵੈਲਪ ਕਰ ਲੈਂਦਾ। ਸੋ ਜਿਵੇਂ ਆਪਾਂ ਇੱਕ ਸਿੰਪਲ ਜੀ ਗੱਲ ਕਹੀਏ ਕਿ ਅੱਜ ਮੈਂ ਟੀਚਰ ਹਾਂ, ਸਪੋਜ਼ ਮੈਂ ਕਿਸੇ ਕੋਈ ਕੋਰਸ ਜੁਆਇਨ ਕਰਨ ਜਾਂਦੀ ਹਾਂ, ਉੱਥੇ ਮੈਂ ਸਟੂਡੈਂਟ ਬਣ ਜਾਂਦੀ ਹਾਂ। ਹੁਣ ਉੱਥੇ ਜਾ ਕੇ ਇਟ ਇਜ਼ ਐਕਸਪੈਕਟਿਡ ਆਈ ਐਮ ਅ ਸਟੂਡੈਂਟ, ਆਈ ਐਮ ਨਾਟ ਅ ਟੀਚਰ ਦੇਅਰ, ਤਾਂ ਮੇਰੇ ਅੰਦਰ ਉਹ ਸਾਰੀਆਂ ਵੈਲਿਊਜ਼ ਹੋਣੇ ਚਾਹੀਦੀਆਂ ਇੱਕ ਸਟੂਡੈਂਟ ਦੇ ਵਿੱਚ ਹੈ। ਸੋ ਇਫ ਆਈ ਐਮ ਏਬਲ ਟੂ ਡੂ ਦੈਟ ਦੈਨ ਦੈਟ ਇਜ਼ ਸੈਲਫ ਕੰਟਰੋਲ।
ਸੋ ਕਾਮਨ ਇਨਡਿਸਿਪਲਿਨ ਦੀਆਂ ਸਮੱਸਿਆਵਾਂ ਆਈ ਡੋਂਟ ਥਿੰਕ ਕਿ ਤੁਹਾਨੂੰ ਡਿਸਕਸ ਕਰਨ ਦੀ ਲੋੜ ਹੈ, ਬਟ ਆਪਾਂ ਇੱਥੇ 2 ਪੁਆਇੰਟਸ ਤੇ ਇੱਕ ਟੀਚਰਸ ਦੀਆਂ ਲਿਖੀਆਂ ਹੋਈਆਂ ਨੇ, ਇੱਕ ਸਕੂਲਸ ਦੀ ਸਟੂਡੈਂਟਸ ਦੀਆਂ ਲਿਖੀਆਂ। ਟੀਚਰਸ ਵਿੱਚ ਵੀ ਜੋ ਕਾਮਨ ਪ੍ਰੋਬਲਮਸ ਦੇਖੀਆਂ ਗਈਆਂ ਉਹ ਐਬਸੈਂਟਿਜ਼ਮ ਹੈ, ਇਨਸਬੋਰਡੀਨੇਸ਼ਨ ਹੈ, ਆਪਣੇ ਤੋਂ ਉੱਪਰ ਵਾਲੇ ਦਾ ਜਾਂ ਸੀਨੀਅਰ ਦਾ ਦੀ ਗੱਲ ਨੂੰ ਨਾ ਮੰਨਣਾ, ਮਿਸਬਿਹੇਵੀਅਰ ਹੋ ਸਕਦਾ, ਲੇਟ ਆਣਾ, ਰਾਈਟ। ਇਸੇ ਕਰਕੇ ਬਾਇਓਮੈਟ੍ਰਿਕ ਅਟੈਂਡੈਂਸਿਸ ਸਕੂਲਸ ਵਿੱਚ ਜਾਂ ਈਵਨ ਗਵਰਨਮੈਂਟ ਸਕੂਲਸ ਕੰਪਲਸਰੀ ਕਰ ਦਿੱਤੀਆਂ ਗਈਆਂ। ਨੋਟ ਪੇਇੰਗ ਅਟੈਂਸ਼ਨ ਟੂ ਟੀਚਿੰਗ, ਪੜ੍ਹਾਉਣ ਵੱਲ ਧਿਆਨ ਨਾ ਦੇਣਾ, ਬੱਚਿਆਂ ਦਾ ਸਿਲੇਬਸ ਹੈ ਉਹ ਪੂਰਾ ਨਾ ਕਰਨਾ, ਉਸ ਦੀ ਬਜਾਏ ਸਟੂਡੈਂਟਸ ਨੂੰ ਆਪਣੇ ਕਿਸੇ ਵਿਅਕਤੀਗਤ ਕੰਮ ਜਾਂ ਆਪਣੀ ਫੇਵਰਸ ਲਈ ਯੂਜ਼ ਕਰਨਾ। ਸਟੂਡੈਂਟਸ ਦੇ ਨਾਲ ਜਾਂ ਅਦਰਵਾਈਜ਼ ਫੈਲੋ ਕੋਲੀਗਸ ਦੇ ਵਿੱਚ ਸੈਕਸ਼ੂਅਲ ਅਬਿਊਜ਼ ਵੀ ਦੇਖਿਆ ਗਿਆ, ਸੈਕਸ਼ੂਅਲੀ ਹਰਾਸ ਕਰਨਾ ਅਤੇ ਬੱਚਿਆਂ ਨੂੰ ਫਿਜ਼ੀਕਲ ਪਨਿਸ਼ਮੈਂਟ ਦੇਣਾ, ਰਾਈਟ। ਸੋ ਕਾਮਨ ਸਕੂਲ ਦੇ ਲੈਵਲ 'ਤੇ ਜੋ ਸਾਨੂੰ ਸਟੂਡੈਂਟਸ ਦੇ ਲੈਵਲ 'ਤੇ ਪ੍ਰੋਬਲਮਸ ਆਉਂਦੀਆਂ ਨੇ, ਅਗੇਨ ਉਹ ਐਬਸੈਂਟਿਜ਼ਮ ਹੈ, ਰੂਡ ਬਿਹੇਵੀਅਰ ਹੈ ਪੀਅਰ ਦੇ ਟੂਵਰਡਸ, ਆਪਣੇ ਫਰੈਂਡਸ ਨਾਲ ਜਾਂ ਆਪਣੇ ਜੂਨੀਅਰਸ ਦੇ ਪ੍ਰਤੀ ਅਗਰੈਸ਼ਨ ਦਿਖਾਉਣਾ, ਧੱਕੇ ਮਾਰਨਾ ਜਾਂ ਲੜਾਈ ਝਗੜਾ ਕਰਨਾ, ਟਰੂਐਂਸੀ ਹੈ ਸਕੂਲ ਵਿੱਚੋਂ ਭੱਜ ਜਾਣਾ, ਸਕੂਲ ਦਾ ਦਿੱਤਾ ਕੰਮ ਸਮੇਂ ਅਨੁਸਾਰ ਪੂਰਾ ਨਾ ਕਰਨਾ, ਚੋਰੀ ਕਰਨਾ, ਲੂਡ ਕਮੈਂਟਸ ਕਰਨਾ। ਇਹ ਤੁਸੀਂ ਦੇਖਿਆ ਹੀ ਹੋਣਾ ਵੀ ਲੰਘਦੇ ਵੜਦੇ ਜਿਹੜਾ ਲੰਘ ਰਿਹਾ ਜਾਂ ਜਿਹੜਾ ਜਾ ਰਿਹਾ ਉੱਥੇ ਖੜ ਕੇ ਆਪਾਂ ਉਹਨਾਂ ਨੂੰ ਕਮੈਂਟਸ ਪਾਸ ਕਰੀਏ। ਸੈਕਸ਼ੂਅਲ ਅਬਿਊਜ਼ ਐਂਡ ਹਰਾਸਮੈਂਟ ਅਗੇਨ ਬॉयज़ ਵੱਲੋਂ ਗਰਲਸ ਦੀ ਜਾਂ ਗਰਲਸ ਵੱਲੋਂ ਬॉयਜ਼ ਦੀ। ਬੁਲਿੰਗ ਕਰਨਾ, ਬੁਲਿੰਗ ਹੁੰਦਾ ਜਦੋਂ ਆਪਾਂ ਛੇੜਦੇ ਹਾਂ ਕਿਸੇ ਨੂੰ, ਉਸ ਤਰ੍ਹਾਂ ਦਾ। ਡਰੱਗ ਅਬਿਊਜ਼, ਨਸ਼ੇ ਦੀ ਸਮੱਸਿਆ ਵੀ ਅੱਜ ਕੱਲ੍ਹ ਕਾਫੀ ਸਕੂਲਸ ਵਿੱਚ ਸਕੂਲਸ ਫੇਸ ਕਰ ਰਹੇ ਨੇ। ਵਾਇਲੈਂਟ ਬਿਹੇਵੀਅਰ, ਲੜਾਈ ਝਗੜਿਆਂ ਵਾਲਾ ਬਿਹੇਵੀਅਰ, ਸਕੂਲ 'ਚ ਲੇਟ ਆਉਣਾ, ਅਧਿਆਪਕਾਂ ਦੇ ਪ੍ਰਤੀ ਡਿਸਰਿਸਪੈਕਟਫੁਲ ਬਿਹੇਵੀਅਰ ਰੱਖਣਾ। ਸੋ ਇਹ ਲਿਸਟ ਤਾਂ ਕਾਫੀ ਲੰਬੀ ਹੈ, ਯੂ ਕੈਨ ਐਡ ਅ ਨੰਬਰ ਆਫ ਥਿੰਗਸ ਜੋ ਤੁਹਾਨੂੰ ਲੱਗਦਾ ਅਨੁਸ਼ਾਸਨਹੀਨਤਾ ਦੀਆਂ ਸਮੱਸਿਆਵਾਂ ਨੇ ਜੋ ਆਪਾਂ ਵਿਦਿਆਰਥੀਆਂ ਨੂੰ ਲੈ ਕੇ ਜਾਂ ਅਧਿਆਪਕਾਂ ਨੂੰ ਲੈ ਕੇ ਸਕੂਲ ਵਿੱਚ ਫੇਸ ਕਰਦੇ ਹਾਂ। ਫਿਰ ਡਿਸਿਪਲਿਨ ਦੇ ਨੂੰ ਠੀਕ ਕਰਨ ਦੀ ਪਹੁੰਚ ਕਿਵੇਂ ਹੈ, ਤੁਸੀਂ ਕਿਵੇਂ ਡਿਸਿਪਲਿਨ ਇਨਸ਼ੋਰ ਕਰ ਸਕਦੇ ਹੋ। ਸੋ ਦੇਰ ਡਿਫਰੈਂਟ ਅਪਰੋਚਿਸ, ਆਪਾਂ 5 ਅਪਰੋਚਿਸ ਸਿਲੈਕਟ ਕੀਤੀਆਂ। ਸਭ ਤੋਂ ਪਹਿਲੀ ਹੈ ਪਰਮਿਸਿਵ ਅਪਰੋਚ, ਜੋ ਕਿ ਕਾਫੀ ਪੁਰਾਣੀ ਅਪਰੋਚ ਹੈ, ਜਿਹਦੇ ਵਿੱਚ ਉਹ ਕਹਿੰਦੇ ਸੀ ਐਕਸਪਲੋਰੇਸ਼ਨ ਅਤੇ ਐਕਸਪੈਰੀਮੈਂਟੇਸ਼ਨ, ਇੱਕ ਤਰ੍ਹਾਂ ਦੀ ਖੋਜ ਅਤੇ ਭਾਲ ਦੀ ਵਿਧੀ ਨੂੰ ਯੂਜ਼ ਕੀਤਾ ਜਾਂਦਾ, ਜਿਸ ਵਿੱਚ ਵਿਦਿਆਰਥੀਆਂ ਨੂੰ ਬਾਰ-ਬਾਰ ਇਨਕਰੇਜ ਕੀਤਾ ਜਾਂਦਾ ਕਿ ਉਹ ਆਪਣੀਆਂ ਅੰਦਰੂਨੀ ਫੀਲਿੰਗਸ ਦੇ ਨਾਲ ਸਮਝਣ, ਆਪਣੀਆਂ ਫੀਲਿੰਗਸ ਨੂੰ, ਆਪਣੇ ਇਮੋਸ਼ਨਸ ਨੂੰ, ਆਪਣੀਆਂ ਲੋੜਾਂ ਨੂੰ ਸਮਝਣ। ਸੋ ਇਹਦੇ ਵਿੱਚ ਲੀਡਰਸ ਆ ਜਿਹੜੇ ਉਹ ਕੋਈ ਵਿਦਿਆਰਥੀਆਂ ਲਈ ਫਰਮ ਬਾਊਂਡਰੀ ਸੈੱਟ ਨਹੀਂ ਕਰਦੇ, ਕਿਸੇ ਵੀ ਤਰ੍ਹਾਂ ਦਾ ਐਕਟਿਵ ਤੌਰ 'ਤੇ ਡਿਸਿਪਲਿਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਬਸ ਉਹ ਸਿਰਫ ਵਿਦਿਆਰਥੀਆਂ ਨੂੰ ਅਲਟੀਮੇਟਲੀ ਮੋਟੀਵੇਟ ਕਰਦੇ ਨੇ ਕਿ ਉਹ ਆਪਣੇ ਬਿਹੇਵੀਅਰ ਨੂੰ ਸੈਲਫ ਕੰਟਰੋਲ ਦੇ ਨਾਲ ਹੀ ਕੰਟਰੋਲ ਕਰਨ। ਸੋ ਜਿਸ ਪਰਮਿਸਿਵ ਆਪਾਂ ਇਸੇ ਲਈ ਕਹਿੰਦੇ ਕਿਉਂਕਿ ਇਸ ਦੇ ਵਿੱਚ ਸਕੂਲ ਲੀਡਰ ਕੋਈ ਰੋਲ ਪਲੇ ਨਹੀਂ ਕਰਦਾ, ਕੋਈ ਅਨੁਸ਼ਾਸਨ ਸਿਖਾਉਣ ਲਈ ਕੋਈ ਡੰਡਾ ਨਹੀਂ ਚੱਕਦਾ, ਕੋਈ ਵਿਦਿਆਰਥੀਆਂ ਨੂੰ ਕੋਈ ਐਕਟਿਵ ਰੋਲ ਪਲੇ ਨਹੀਂ ਕਰਦਾ, ਬਸ ਵਿਦਿਆਰਥੀਆਂ ਨੂੰ ਇਹ ਕਿਹਾ ਜਾਂਦਾ ਕਿ ਓਕੇ ਫਾਈਨ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਬਟ ਪਹਿਲਾਂ ਹੀ ਪਤਾ ਤਾਂ ਹੋਵੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਆਪਣੀਆਂ ਅੰਦਰੂਨੀ ਫੀਲਿੰਗਸ ਨੂੰ, ਆਪਣੀ ਇਮੋਸ਼ਨਲ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਵਾਟ ਯੂ ਵਾਂਟ ਟੂ ਡੂ ਐਜ਼ ਅ ਚਾਈਲਡ ਉਹ ਤੁਸੀਂ ਦੇਖੋ, ਐਂਡ ਦੈਨ ਅਲਟੀਮੇਟਲੀ ਵਿਦਿਆਰਥੀ ਆਪਣੇ ਐਕਸਪੈਕਟ ਕੀਤਾ ਜਾਂਦਾ ਕਿ ਵਿਦਿਆਰਥੀ ਆਪਣੇ ਬਿਹੇਵੀਅਰ ਨੂੰ ਸੈਲਫ ਕੰਟਰੋਲ ਦੇ ਨਾਲ ਹੀ ਰੈਗੂਲੇਟ ਕਰਨਗੇ, ਰਾਈਟ। ਸੋ ਇਹ ਲੀਡਰਸ ਜ਼ਿਆਦਾਤਰ ਰਿਸਪੋਂਸਿਵ ਹੁੰਦੇ ਨੇ, ਵਿਦਿਆਰਥੀ ਦੀ ਲੋੜਾਂ ਅਨੁਸਾਰ ਵਿਦਿਆਰਥੀ ਦੇ ਸਵਾਲਾਂ ਦਾ ਜਵਾਬ ਦੇਣ 'ਚ ਇੰਟਰਸਟਿਡ ਹੁੰਦੇ ਨੇ, ਰਾਦਰ ਦੈਨ ਵਿਦਿਆਰਥੀਆਂ ਤੋਂ ਕਿਸੇ ਤਰ੍ਹਾਂ ਦੀ ਮੰਗ ਨਹੀਂ ਕਰਦੇ। ਸੋ ਐਜ਼ ਅ ਟੀਚਰ ਜੇ ਮੈਂ ਪਰਮਿਸਿਵ ਅਪਰੋਚ ਯੂਜ਼ ਕਰ ਰਹੀ ਹਾਂ ਵੈਨ ਆਈ ਕਮ ਟੂ ਯੂਰ ਕਲਾਸਰੂਮ, ਤਾਂ ਮੈਂ ਐਕਸਪੈਕਟ ਨਹੀਂ ਕਰੂੰਗੀ ਕਿ ਤੁਸੀਂ ਮੇਰੇ ਮੁਤਾਬਕ ਚੱਲੋ, ਬਟ ਆਈ ਵਿਲ ਆਸਕ ਯੂ ਵਾਟ ਯੂ ਵਾਂਟ ਟੂ ਡੂ, ਐਂਡ ਜੋ ਵਿਦਿਆਰਥੀ ਕਰਨਾ ਚਾਹੁੰਦੇ ਨੇ ਉਹਦੇ ਮੁਤਾਬਿਕ ਇਹ ਟੀਚਰ ਹੈ ਜਿਹੜਾ ਉਹ ਆਪਣੇ ਆਪ ਨੂੰ ਟਾਲ ਲੈਂਦਾ। ਸੋ ਇਹ ਕਿਤੇ ਨਾ ਕਿਤੇ ਜੋ ਰਿਲੇਸ਼ਨਲ ਹੈ, ਆਪਸੀ ਸੰਬੰਧ ਹੈ, ਉਸ ਚੀਜ਼ ਨੂੰ ਯੂਜ਼ ਕਰਕੇ ਆਪਣੇ ਆਪ ਨੂੰ ਵਿਦਿਆਰਥੀ ਦਾ ਦੋਸਤ ਸਮਝਦੇ ਹੋਏ ਕਲਾਸ ਵਿੱਚ ਅਨੁਸ਼ਾਸਨ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਰਾਈਟ। ਸੈਕਿੰਡ ਅਪਰੋਚ ਹੈ ਆਪਣੇ ਕੋਲ ਅਨਇਨਵੋਲਵਡ ਅਪਰੋਚ। ਅਨਇਨਵੋਲਵਡ ਵੀ ਜਿਵੇਂ ਨਾਮ ਦੱਸ ਰਿਹਾ ਕਿ ਅਸੀਂ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਰੱਖਾਂਗੇ, ਪਰਮਿਸਿਵ ਲੀਡਰ ਵਰਗੇ ਹੀ ਹੁੰਦੇ ਨੇ, ਸਟੂਡੈਂਟ ਦੇ ਬਿਹੇਵੀਅਰ ਨੂੰ ਕਦੇ ਵੀ ਚੈੱਕ ਨਹੀਂ ਕੀਤਾ ਜਾਂਦਾ, ਰਾਈਟ। ਵਾਈਲ ਦ ਪਰਮਿਸਿਵ ਲੀਡਰ ਐਨਕਰੇਜਿਸ ਸਟੂਡੈਂਟਸ ਟੂ ਇਹ ਡਿਫਰੈਂਸ ਕੀ ਹੈ ਫਿਰ ਦੋਨਾਂ ਵਿੱਚ। ਜਿਹੜਾ ਇੱਕ ਪਰਮਿਸਿਵ ਲੀਡਰ ਹੋਊਗਾ ਉਹ ਵਿਦਿਆਰਥੀ ਨੂੰ ਪ੍ਰੋਤਸਾਹਿਤ ਕਰੂਗਾ ਕਿ ਵਿਦਿਆਰਥੀ ਖੁਦ ਖੋਜ ਕਰੇ ਕਿ ਉਹ ਕੀ ਕਰਨਾ ਚਾਹੁੰਦਾ ਹੈ, ਖੁਦ ਆਪਣੇ ਸੈਲਫ ਕੰਟਰੋਲ ਨੂੰ ਲੱਭੇ ਐਂਡ ਫਿਰ ਆਪਣੇ ਬਿਹੇਵੀਅਰ ਨੂੰ ਰੈਗੂਲੇਟ ਕਰੇ। ਪਰ ਜਿਹੜਾ ਅਨਇਨਵੋਲਵਡ ਲੀਡਰ ਉਹ ਤਾਂ ਤੁਹਾਨੂੰ ਐਂ ਲੱਗੇਗਾ ਜਿਵੇਂ ਹੈ ਹੀ ਨਹੀਂ, ਉਹਦੀ ਵਿਦਿਆਰਥੀ ਦੇ ਲਾਈਫ ਵਿੱਚ ਕੋਈ ਯੋਗਦਾਨ ਨਹੀਂ ਹੈ। ਸੋ ਦ ਲੀਡਰ ਵਿਊਜ਼ ਮੈਨੇਜਿੰਗ ਸਟੂਡੈਂਟਸ ਬਿਹੇਵੀਅਰ ਇਜ਼ ਸਮਵਨ ਐਲਸ ਜੌਬ। ਉਹ ਕਹਿੰਦਾ ਕਿ ਮੇਰਾ ਕੰਮ ਤਾਂ ਪੜ੍ਹਾਉਣਾ ਹੈ। ਜਿਵੇਂ ਯੂ ਮਸਟ ਹੈਵ ਸੀਨ ਅ ਨੰਬਰ ਆਫ ਟੀਚਰਸ ਜੋ ਕਲਾਸ 'ਚ ਆਉਂਦੇ ਨੇ, ਪੜ੍ਹਾ ਕੇ ਚਲੇ ਜਾਂਦੇ ਨੇ, ਦੇ ਆਰ ਨਾਟ ਈਵਨ ਬੋਦਰਡ ਕਿ ਮੇਰੀ ਕਲਾਸ ਬੱਚੇ ਮੇਰੀ ਗੱਲ ਸੁਣ ਰਹੇ ਨੇ, ਕੋਈ ਪਿਛਲੇ ਬੈਂਚ 'ਤੇ ਬੈਠੇ ਬੱਚੇ ਕਿਚ ਕਰ ਰਹੇ ਨੇ, ਕੋਈ ਲੜਾਈਆਂ ਕਰ ਰਹੇ ਨੇ, ਕੋਈ ਝਗੜੇ। ਟੀਚਰ ਕਹਿੰਦਾ ਇਹ ਮੇਰਾ ਕੰਮ ਨਹੀਂ ਹੈ, ਮੇਰਾ ਕੰਮ ਕੀ ਹੈ, ਮੈਂ ਆਉਣਾ ਹੈ, ਪੜ੍ਹਾਉਣਾ ਅਤੇ ਚਲੇ ਜਾਣਾ। ਕਲਾਸ ਨੂੰ ਮੈਨੇਜ ਕਰਨਾ ਜਾਂ ਕਲਾਸ ਦੇ ਵਿੱਚ ਡਿਸਿਪਲਿਨ ਕਰਨਾ ਤਾਂ ਕਿਸੇ ਹੋਰ ਦਾ ਹੀ ਕੰਮ ਹੈ। ਸੋ ਦਿਸ ਕਾਈਂਡ ਆਫ ਐਨ ਅਪਰੋਚ ਇਜ਼ ਕਾਲਡ ਅਨਇਨਵੋਲਵਡ ਅਪਰੋਚ। ਸੋ ਇਹਨਾਂ ਨੂੰ ਲੱਗਦਾ ਕਿ ਦੇ ਬਿਲੀਵ ਇੰਟਰਵੈਂਸ਼ਨ ਵੁੱਡ ਇੰਪੀਡ ਸਟੂਡੈਂਟਸ ਐਬਿਲਿਟੀ ਟੂ ਲਰਨ। ਉਲਟਾ ਇਹ ਸੋਚਦੇ ਨੇ ਕਿ ਜੇ ਮੈਂ ਵਿੱਚ ਟੋਕਾ ਟਾਕੀ ਕਰੂੰਗੀ ਤਾਂ ਉਸਦੇ ਨਾਲ ਜਿਹੜਾ ਵਿਦਿਆਰਥੀ ਦਾ ਸਿੱਖਣ ਦੀ ਪ੍ਰਕਿਰਿਆ ਉਸ ਦੇ ਵਿੱਚ ਇੱਕ ਤਰ੍ਹਾਂ ਦੀ ਰੁਕਾਵਟ ਆਏਗੀ, ਰਾਈਟ। ਸੋ ਅਨਇਨਵੋਲਵਡ ਲੀਡਰਸ ਸੀ ਕੌਨਸੀਕੁਐਂਸਿਸ ਆਫ inappropriate behaviors as just deserts and that life will be the teacher। ਸੋ ਕਹਿੰਦੇ ਕੋਈ ਗੱਲ ਨਹੀਂ,
दे हैव एटीट्यूड कि जे मेरी गल अज नहीं सुन रहे कल नूं फेल हो जाएंगे, जो फेल हो जाएंगे आपे पता लग जूगा कि टीचर की गल सुननी सी। सो वाई शुड आई बी बॉदर्ड, इन्हों जिंदगी अपने आप सिखाएगी। सो वैन यू डू रॉन्ग बिहेवियर्स ਜਿਹੜੇ ਉਹਦੇ ਰਿਜ਼ਲਟਸ ਹੁੰਦੇ ਨੇ ਉਹ ਰਿਜ਼ਲਟਸ ਤੁਹਾਨੂੰ ਆਪਣੇ ਆਪ ਸਿਖਾ ਦਿੰਦੇ ਨੇ, ਮੈਨੂੰ ਕੀ ਲੋੜ ਹੈ, ਵਾਈ ਸ਼ੁਡ ਆਈ ਵੇਸਟ ਮਾਈ ਟਾਈਮ ਔਨ ਡਿਸਿਪਲਿਨ ਯੂ, ਰਾਈਟ। ਸੋ ਕਿਤੇ ਨਾ ਕਿਤੇ ਇਹਨਾਂ ਲੀਡਰਸ ਦੇ ਵਿੱਚ ਕਰੇਜ, ਸੈਲਫ ਡਿਫੈਂਸ, ਇਹਨਾਂ ਕਰੈਕਟਰਿਸਟਿਕਸ ਨੂੰ ਤਾਂ ਇਹ ਪ੍ਰਮੋਟ ਕਰਦੇ ਨੇ। ਸੋ ਸਟੂਡੈਂਟਸ ਨੂੰ ਇਨਕਰੇਜ ਕੀਤਾ ਜਾਂਦਾ ਕਿ ਉਹ ਆਪਣੀਆਂ ਲੜਾਈਆਂ ਖੁਦ ਲੜਨ। ਸੋ ਐਨੀ ਕਾਈਂਡ ਆਫ ਅ ਪ੍ਰੋਬਲਮ ਜੋ ਪੀਅਰ ਤੋਂ ਫੇਸ ਕਰ ਰਹੇ ਨੇ, ਜਿਵੇਂ ਆਪਾਂ ਪਿੱਛੇ ਗੱਲ ਵੀ ਕਰੀ ਸੀ, ਸਪੋਜ਼ ਮੈਨੂੰ ਕੋਈ ਸੈਕਸ਼ੂਅਲੀ ਐਕਸਪਲੋਇਟ ਕਰ ਰਿਹਾ ਤਾਂ ਇਫ ਆਈ ਗੋ ਟੂ ਸੱਚ ਕਾਈਂਡ ਆਫ ਅ ਟੀਚਰ, ਉਹ ਕਹੇਗਾ ਵੀ ਨਹੀਂ ਕੋਈ ਗੱਲ ਨਹੀਂ, ਇਹ ਤੁਹਾਡੀ ਲੜਾਈ ਹੈ, you have to think how you have to fight, I will not help you out, right। so uninvolved approach है जिस दे विच ਜਿਹੜੇ ਸਕੂਲ ਟੀਚਰਸ ਹੈ ਜਾਂ ਸਕੂਲ ਲੀਡਰਸ ਹੈ ਉਹ ਕਿਸੇ ਵੀ ਤਰ੍ਹਾਂ ਦੀ ਇਨਵੋਲਵਮੈਂਟ ਸ਼ੋ ਨਹੀਂ ਕਰਦੇ ਵਾਈਲ ਟਰਾਈਂਗ ਟੂ ਟੀਚ ਡਿਸਿਪਲਿਨ ਟੂ ਦ ਸਟੂਡੈਂਟਸ। ਉਹਨਾਂ ਦੇ ਮੁਤਾਬਿਕ ਜ਼ਿੰਦਗੀ ਹੀ ਸਭ ਤੋਂ ਵਧੀਆ ਲੈਸਨ ਹੈ ਜਾਂ ਜ਼ਿੰਦਗੀ ਹੀ ਸਭ ਤੋਂ ਵਧੀਆ ਟੀਚਰ ਹੈ। ਜਦੋਂ ਆਪਾਂ ਮਿਸਬਿਹੇਵੀਅਰ ਕਰਦੇ ਹਾਂ ਉਸ ਮਿਸਬਿਹੇਵੀਅਰ ਕਾਰਨ ਜੋ ਜ਼ਿੰਦਗੀ ਵਿੱਚ ਸਾਨੂੰ ਫੇਸ ਕਰਨਾ ਪੈਂਦਾ ਐਨੀ ਕਾਈਂਡ ਆਫ ਅ ਲੋਸ, ਉਹ ਲੋਸ ਸਾਨੂੰ ਆਪਣੇ ਆਪ ਸਿਖਾ ਦਿੰਦਾ ਕਿ ਅਸੀਂ ਨੈਕਸਟ ਟਾਈਮ ਉਹ ਮਿਸਟੇਕ ਨੂੰ ਰਿਪੀਟ ਨਹੀਂ ਕਰਨਾ, ਰਾਈਟ। ਸੋ ਆਈ ਹੋਪ ਇਟ ਇਜ਼ ਕਲੀਅਰ। ਪਰਮਿਸਿਵ ਅਪਰੋਚ ਵਿੱਚ ਕੀ ਹੁੰਦਾ, ਪਰਮਿਸਿਵ ਦੇ ਵਿੱਚ ਵੀ ਟੀਚਰ ਐਕਟਿਵ ਰੋਲ ਨਹੀਂ ਪਲੇ ਕਰਦਾ ਕਿਸੇ ਵੀ ਤਰ੍ਹਾਂ ਦਾ, ਪਰ ਉਹ ਵਿਦਿਆਰਥੀ ਨੂੰ ਇਹ ਪ੍ਰੇਰਿਤ ਜ਼ਰੂਰ ਕਰਦਾ ਕਿ ਉਹ ਆਪਣੇ ਅੰਦਰੂਨੀ ਫੀਲਿੰਗਸ ਨੂੰ ਪਹਿਚਾਨੇ, ਆਪਣੇ ਸੈਲਫ ਕੰਟਰੋਲ ਹੈ ਜਿਹੜਾ ਉਸਨੂੰ ਆਪਣੀ ਲਾਈਫ ਵਿੱਚ ਇੰਪੋਰਟੈਂਸ ਦੇਵੇ, ਰਾਈਟ। ਪਰ ਜਿਹੜਾ ਅਨਇਨਵੋਲਵਡ ਅਪਰੋਚ ਵਿੱਚ ਹੋਗਾ, ਟੀਚਰ ਇਹ ਕੰਮ ਵੀ ਨਹੀਂ ਕਰੇਗਾ, ਉਹ ਕਹੇਗਾ ਕਿ ਡਿਸਿਪਲਿਨ ਮੇਨਟੇਨ ਕਰਨਾ ਜਾਂ ਵਿਦਿਆਰਥੀਆਂ ਨੂੰ ਸੈਲਫ ਕੰਟਰੋਲ ਸਿਖਾਉਣਾ ਮੇਰਾ ਕੰਮ ਐਜ਼ ਅ ਟੀਚਰ ਨਹੀਂ ਹੈ, ਮੇਰਾ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ, ਆਈ ਵਿਲ ਕਮ ਐਂਡ ਟੀਚ। तो बच्चे ਜਿਹੜੇ ਉਹ ਆਪਣੇ ਆਪ ਹੀ ਲਾਈਫ ਦੇ ਵਿੱਚ ਸਿੱਖ ਲੈਣਗੇ ਕਿ ਵਾਟ ਵਾਸ ਰੋਂਗ ਵਾਟ ਵਾਸ ਰਾਈਟ। ਐਂਡ ਵਿਦਿਆਰਥੀਆਂ ਨੂੰ ਆਪਣੀਆਂ ਲੜਾਈਆਂ ਖੁਦ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੈਨ ਥਰਡ ਇਜ਼ ਅਥੋਰੀਟੇਰੀਅਨ ਅਪਰੋਚ, ਜਿਹਦੇ ਵਿੱਚ ਕਲੀਅਰ ਵੈਲਿਊਜ਼ ਹੈ ਜਿਹੜੀਆਂ ਉਹ ਸੈੱਟ ਕੀਤੀਆਂ ਜਾਂਦੀਆਂ, ਵਿਦਿਆਰਥੀਆਂ ਤੋਂ ਜੋ ਆਸ ਕੀਤਾ ਜਾਂਦਾ ਉਹ ਵੀ ਕਲੀਅਰਲੀ ਦੱਸਿਆ ਜਾਂਦਾ ਐਂਡ ਵਿਦਿਆਰਥੀਆਂ ਨੂੰ ਉਹਨਾਂ ਨੂੰ ਮੰਨਣਾ ਹੀ ਹੈ ਰਿਗਾਰਡਲੈਸ ਆਫ ਦੀ ਸਿਚੁਏਸ਼ਨ। ਜੋ ਇਸ ਮਰਜ਼ੀ ਹਾਲਾਤ 'ਚ ਹੋਣ, ਜੋ ਮਰਜ਼ੀ ਰੀਜ਼ਨਸ ਹੋਣ, ਜੋ ਮਰਜ਼ੀ ਕੰਡੀਸ਼ਨਸ ਹੋਣ, ਪਰ ਜਿਹੜੇ ਰੂਲਸ ਸਕੂਲ ਲੀਡਰ ਨੇ ਜਾਂ ਸਕੂਲ ਦੁਆਰਾ ਸਥਾਪਿਤ ਕੀਤੇ ਗਏ ਨੇ ਵਿਦਿਆਰਥੀਆਂ ਨੇ ਉਹਨਾਂ ਨੂੰ ਮੰਨਣਾ ਹੀ ਹੈ। ਸੋ ਜੇ ਕੋਈ ਵਿਦਿਆਰਥੀ ਉਹਨਾਂ ਰੂਲਸ ਨੂੰ ਨਹੀਂ ਮੰਨਦਾ ਤਾਂ ਹੀ ਔਰ ਸ਼ੀ ਵਿਲ ਫੇਸ ਦੀ ਪਨਿਸ਼ਮੈਂਟ, ਤੁਹਾਨੂੰ ਸਜ਼ਾ ਦਿੱਤੀ ਜਾਊਗੀ, ਰਾਈਟ। ਸੋ ਇਹ ਲੀਡਰਸ ਅੰਬਰੇਸ ਕਰਦੇ ਨੇ ਕਿ ਥਿਊਰੀ ਆਫ ਕੰਟਰੋਲ ਨੂੰ ਮੰਨਦੇ ਨੇ, ਜੋ ਕਹਿੰਦਾ ਕਿ ਵਿਦਿਆਰਥੀ ਦਾ ਕੋਈ ਹੱਕ ਨਹੀਂ ਹੈ ਕਿ ਉਹ ਰੂਲਾਂ ਦੇ ਵਾਈਜ਼ ਨੂੰ ਸਮਝਣ, ਵੀ ਰੂਲ ਕਿਉਂ ਬਣਾਏ ਗਏ ਹੈ ਇਹ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਵਿਦਿਆਰਥੀ ਨੂੰ, ਸਾਨੂੰ ਬਸ ਇਹ ਦੱਸਣ ਦੀ ਲੋੜ ਹੈ ਕਿ ਇਹ ਰੂਲਸ ਹੈ ਐਂਡ ਤੁਸੀਂ ਇਹਨਾਂ ਨੂੰ ਮੰਨਣਾ ਹੀ ਮੰਨਣਾ ਬਿਕੋਜ਼ ਮੈਂ ਕਿਹਾ, ਰਾਈਟ। So the view holds the hierarchical view of humanity in which children have lesser value than adults। So ਇਹਨਾਂ ਦੇ ਮੁਤਾਬਿਕ ਜੋ ਜ਼ਿੰਦਗੀ 'ਚ ਵੱਡੇ ਨੇ ਜਾਂ ਜਿਵੇਂ ਆਪਣੇ ਪੇਰੈਂਟਸ ਵੀ ਕਹਿੰਦੇ ਹੁੰਦੇ ਨੇ ਵੀ ਜੇ ਅਸੀਂ ਤੁਹਾਨੂੰ ਕਹੀਏ ਗੱਲ ਤੁਸੀਂ ਕਰੋ ਹੀ ਕਰੋ, ਬਿਕੋਜ਼ ਇਟ ਇਜ਼ ਐਕਸਪੈਕਟਡ ਕਿ ਜਿਹੜੇ ਪੇਰੈਂਟਸ ਹੈ ਕਿਉਂਕਿ ਉਹ ਸਾਡੇ ਵੱਡੇ ਨੇ ਉਹਨਾਂ ਨੂੰ ਸਾਨੂੰ ਜ਼ਿਆਦਾ ਐਕਸਪੀਰੀਅੰਸਿਸ ਹੈ, ਸੋ ਦੇ ਆਰ ਮੋਰ ਮੈਚਿਓਰ ਦੈਨ ਅਸ, ਤੋਂ ਸਾਡੀ ਲਾਈਫ ਲਈ ਸਹੀ ਗਲਤ ਦਾ ਫੈਸਲਾ ਲੈ ਸਕਦੇ ਨੇ, ਰਾਈਟ। ਦੀ ਸਕੂਲ ਲੀਡਰਸ ਵੈਲਿਊ ਓਬੀਡੀਐਂਸ, ਓਬਵੀਅਸਲੀ ਇਹਨਾਂ ਲੀਡਰਸ ਨੂੰ ਹੋਏਗਾ ਕਿ ਓਬੀਡੀਐਂਸ ਹੋਵੇ ਪਲੱਸ ਸੈਲਫ ਕੰਟਰੋਲ ਹੋਵੇ। ਸੈਲਫ ਕੰਟਰੋਲ ਇਸ ਲਈ ਹੈ ਕਿਉਂਕਿ ਤੁਸੀਂ ਬਾਗੀ ਨਹੀਂ ਹੋ ਸਕਦੇ, ਯੂ ਕੈਨਟ ਆਸਕ ਕਿ ਵਾਈ, ਜੇ ਟੀਚਰ ਕਹਿੰਦਾ 9 ਵਜੇ ਮੇਰੀ ਕਲਾਸ ਜਾਣਾ ਤੁਸੀਂ ਉਹਨੂੰ ਇਹ ਨਹੀਂ ਪੁੱਛ ਸਕਦੇ ਵੀ ਕਿਉਂ, ਉਹ ਕਹਿੰਦਾ ਮੈਂ ਕਿਹਾ, ਸੋ ਯੂ ਹੈਵ ਟੂ ਕਮ ਲਾਈਕ ਦੈਟ। ਦਿਸ ਇਜ਼ ਕਾਲਡ ਅਥੋਰੀਟੇਰੀਅਨ ਅਪਰੋਚ, ਜਿਹਦੇ ਵਿੱਚ ਆਪਾਂ ਵਿਦਿਆਰਥੀਆਂ ਨੂੰ ਇਨਕਰੇਜ ਕਰਦੇ ਹਾਂ ਕਿ ਉਹਨਾਂ ਨੇ ਗੱਲ ਨੂੰ ਮੰਨਣਾ ਹੀ ਹੈ ਵਿਦਾਊਟ ਐਨੀ ਕਾਈਂਡ ਆਫ ਐਨ ਐਕਸਪਲੇਨੇਸ਼ਨ, ਰਾਈਟ। ਇਹਦੇ ਵਰਗਾ ਹੀ ਸਿਮਿਲਰ, ਨਾਮ ਇਹਦਾ ਸਿਮਿਲਰ ਹੈ ਬਟ ਅਪਰੋਚ ਕਾਫੀ ਡਿਫਰੈਂਟ ਹੈ। ਸੈਕਿੰਡ ਇਜ਼ ਕਾਲਡ ਅਥੋਰੀਟੇਟਿਵ ਅਪਰੋਚ, ਰਾਈਟ। ਇਹ ਧਿਆਨ ਵੀ ਰੱਖਣਾ ਕਿਉਂਕਿ ਪੇਪਰ 'ਚ ਅਕਸਰ ਤੁਸੀਂ ਇਹਨੂੰ ਉਲਟਾ ਲਿਖ ਦਿੰਦੇ ਹੋ। ਇਹਦੇ ਵਿੱਚ ਕੀ ਹੈ ਕਿ ਆਪਾਂ ਮੰਨਦੇ ਹਾਂ ਕਿ the authoritative approach recognizes and distinguishes the role of school leaders versus the student, yet they share equal values, right। ਸੋ ਇਹਨਾਂ ਨੂੰ ਲੱਗਦਾ ਹੈ ਕਿ ਸਪੋਜ਼ ਇਹਦੇ ਵਿੱਚ ਕੀ ਫਾਈਨ ਇਹ ਮੰਨਦੇ ਨੇ ਕਿ ਐਜ਼ ਅ ਸਕੂਲ ਲੀਡਰ ਜਾਂ ਇੱਕ ਅਧਿਆਪਕ ਤੇ ਵਿਦਿਆਰਥੀ ਦੀ ਭੂਮਿਕਾ ਤਾਂ ਵੱਖਰੀ ਹੋ ਸਕਦੀ ਹੈ, ਪਰ ਦੋਨਾਂ ਨੂੰ ਵੈਲਿਊ ਕਰਨਾ ਇੰਪੋਰਟੈਂਟ ਹੈ। ਇਹ ਨਹੀਂ ਹੈ ਕਿ ਟੀਚਰ ਹੀ ਵੈਲਿਊਏਬਲ ਹੈ, ਸਟੂਡੈਂਟ ਦੀ ਕੋਈ ਵੈਲਿਊ ਹੀ ਨਹੀਂ, ਸਟੂਡੈਂਟ ਦੀ ਕੋਈ ਕੀਮਤ ਹੀ ਨਹੀਂ। ਨੋ, ਸੋ ਇਹਨਾਂ ਦੇ ਮੁਤਾਬਿਕ ਦੇ ਬੋਥ ਹੈਵ ਡਿਫਰੈਂਟ ਰੋਲਸ। ਫਾਈਨ, ਇਸ 'ਚ ਕੋਈ ਦੋ ਰਾਏ ਨਹੀਂ ਹੈ ਵੀ ਟੀਚਰ ਮੈਚਿਓਰ ਹੈ, ਟੀਚਰ ਵੱਡਾ ਵੀ ਹੈ, ਟੀਚਰ ਤੋਂ ਆਸਾਂ ਕੁਛ ਹੋਰ ਨੇ, ਵਿਦਿਆਰਥੀ ਤੋਂ ਆਸ ਕੁਛ ਹੋਰ ਹੈ, ਪਰ ਸਟੂਡੈਂਟ ਵੀ ਇੰਪੋਰਟੈਂਟ ਹੈ ਤੇ ਵਿਦਿਆਰਥੀ ਵੀ ਟੀਚਰ ਵੀ ਇੰਪੋਰਟੈਂਟ ਹੈ ਤੇ ਵਿਦਿਆਰਥੀ ਵੀ ਇੰਪੋਰਟੈਂਟ ਹੈ। So the leader emulate an approach to student behavior management that results in trusted relationships। तो एक तरह विद्यार्थी ते अध्यापक का जो विचला रिश्ता वो विश्वास वाला हो जाता है एंड उस विश्वास वाले रिश्ते के नाल ही ਜਿਹੜੇ टीचर्स हैं या स्कूल लीडर्स हैं वो डिसिपलिन मेनटेन करने की कोशिश करते हैं, राइट। सो ਇਹਦੇ ਵਿੱਚ ਕੀ ਹੁੰਦਾ ਕਿ ਵਿਦਿਆਰਥੀ ਜਾਂ ਅਧਿਆਪਕਾਂ ਦੁਆਰਾ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਅਥਾਰਟੀ ਹੈ, ਜੇ ਮੈਂ ਟੀਚਰ ਹਾਂ ਤੁਹਾਡੀ ਤਾਂ ਮੇਰੀ ਭੂਮਿਕਾ ਇਹ ਹੈ ਕਿ ਮੈਂ ਸਟੂਡੈਂਟ ਦੀ ਵਿਦਿਆਰਥੀ ਦੀ ਜ਼ਿੰਦਗੀ ਨੂੰ ਇੱਕ ਸਹੀ ਦਿਸ਼ਾ ਦੇਣੀ ਹੈ, ਇਹ ਮੇਰੀ ਜ਼ਿੰਮੇਵਾਰੀ ਹੈ, ਉਸ ਦੇ ਨਾਲ ਨਾਲ ਮੇਰੀ ਜਵਾਬਦੇਹੀ ਵੀ ਹੈ।
ਇਹ ਨਹੀਂ ਹੈ ਕਿ ਜੇ ਮੈਂ ਆਪਣੀ ਡਿਊਟੀ 'ਚ ਫੇਲ ਹੋ ਗਈ ਤਾਂ ਵਿਦਿਆਰਥੀ ਮੈਨੂੰ ਪੁੱਛ ਹੀ ਨਹੀਂ ਸਕਦਾ। ਵਿਦਿਆਰਥੀ ਦੀ ਨੂੰ ਮੇਰੀ ਜਵਾਬਦੇਹੀ ਹੈ, ਮੈਂ ਉਹਨੂੰ ਦੱਸਣਾ ਹੈ ਕਿ ਬੇਟੇ ਮੈਂ ਤੇਰੀ ਜ਼ਿੰਦਗੀ 'ਚ ਇੰਨਾ ਵੱਡਾ ਨੁਕਸਾਨ ਕਿਉਂ ਕਰਤਾ। ਜੇ ਮੈਂ ਕਲਾਸ ਆ ਕੇ ਨਹੀਂ ਪੜ੍ਹਾ ਰਹੀ ਤਾਂ ਇੱਕ ਵਿਦਿਆਰਥੀ ਦਾ ਪੂਰਾ ਹੱਕ ਹੈ ਮੈਨੂੰ ਪੁੱਛਣ ਦਾ ਕਿ ਮੈਮ ਤੁਸੀਂ ਕਿਉਂ ਨਹੀਂ ਪੜ੍ਹਾ ਰਹੇ, ਕਿਉਂਕਿ ਐਂਡ ਆਫ ਦਾ ਡੇ ਤੁਸੀਂ ਵਿਦਿਆਰਥੀ ਨੂੰ ਜਵਾਬਦੇਹ ਹੋ। ਤੁਸੀਂ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਕੋਈ ਗਲਤ ਫੈਸਲੇ ਲਈ ਵੀ ਤੁਹਾਡੀ ਅਕਾਊਂਟੇਬਿਲਟੀ ਹੈ। ਸੋ ਇਹਦੇ 'ਚ ਮੰਨਿਆ ਜਾਂਦਾ ਕਿ ਫਾਈਨ ਜੇ ਮੈਂ ਟੀਚਰ ਹਾਂ ਤਾਂ ਮੇਰੇ ਕੋਲ ਅਥਾਰਟੀ ਤਾਂ ਹੈ, ਮੈਂ ਥੋੜ੍ਹਾ ਝਿੜਕ ਤਾਂ ਸਕਦੀ ਹਾਂ ਨਿਆਣਿਆਂ ਨੂੰ, ਮੈਂ ਨਿਆਣੇ ਨੂੰ ਕਹਿ ਵੀ ਸਕਦੀ ਹਾਂ ਵੀ ਤੂੰ ਇੱਥੇ ਬੈਠਣਾ ਇੱਥੇ ਉੱਠਣਾ। ਬਟ ਦ ਥਿੰਗ ਇਜ਼ ਕਿ ਉਹ ਕਹਿਣਾ ਉਹ ਸੁਣਨਾ ਵਿਦਿਆਰਥੀ ਦੀ ਲਾਈਫ ਨੂੰ ਇੱਕ ਵਧੀਆ ਡਾਇਰੈਕਸ਼ਨ ਦੇਣ ਦੇ ਮਕਸਦ ਨਾਲ ਹੋਣਾ ਚਾਹੀਦਾ। ਐਂਡ ਜੇ ਤੁਸੀਂ ਫੇਲ ਹੁੰਦੇ ਹੋ ਤਾਂ ਵਿਦਿਆਰਥੀ ਨੂੰ ਤੁਹਾਡੀ ਜਵਾਬਦੇਹੀ ਵੀ ਹੈ। ਸੋ ਤੁਹਾਡੀ ਭੂਮਿਕਾ ਇੱਕ ਪ੍ਰੋਟੈਕਟਰ ਦੀ ਹੈ ਅਤੇ ਗਾਈਡ ਦੀ ਹੈ, ਬਚਾ ਕੇ ਰੱਖਣ ਦੀ ਹੈ ਵਿਦਿਆਰਥੀ ਨੂੰ, ਐਜ਼ ਪੇਰੈਂਟਸ ਵੀ, ਐਜ਼ ਟੀਚਰਸ ਵੀ, ਐਜ਼ ਪ੍ਰਿੰਸੀਪਲਸ ਵੀ। ਇਹ ਨਹੀਂ ਹੈ ਕਿ ਵਿਦਿਆਰਥੀ ਨੂੰ ਜਿਵੇਂ ਪਿੱਛੇ ਆਪਾਂ ਕਹਿੰਦੇ ਸੀ ਵੀ ਉਹਦੀ ਜ਼ਿੰਦਗੀ ਉਹਨੂੰ ਲੈਸਨ ਸਿਖਾਊਗੀ, ਨਹੀਂ। ਐਜ਼ ਅ ਟੀਚਰ ਆਈ ਨੋ ਕਿ ਜੇ ਫੇਲ ਹੋ ਜਾਓਗੇ, ਰੀਪੇਅਰ ਆ ਜਾਏਗੀ ਤਾਂ ਬਹੁਤ ਵੱਡਾ ਨੁਕਸਾਨ ਹੈ। ਤਾਂ ਪੂਰਾ ਸਾਲ ਜਾਂ ਪੂਰੇ ਸਮੈਸਟਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਇਸ ਚੀਜ਼ ਨੂੰ ਦੱਸਾਂ ਕਿ ਯੂ ਨੀਡ ਟੂ ਡੂ ਯੋਰ ਵਰਕਸ ਔਨ ਟਾਈਮ ਐਂਡ ਤੁਹਾਨੂੰ ਪੜ੍ਹਨ ਦੀ ਲੋੜ ਹੈ, ਕਿਉਂਕਿ ਐਂਡ ਆਫ ਦਾ ਡੇ ਤੁਸੀਂ ਬੱਚਿਆਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਬਚਾ ਕੇ ਰੱਖਣਾ ਹੈ ਐਂਡ ਉਹਨਾਂ ਨੂੰ ਇੱਕ ਗਾਈਡ ਦੇਣਾ, ਦਿਸ਼ਾ ਦਿਖਾਉਣ ਵਾਲਾ ਇਨਸਾਨ ਹੋਣਾ ਚਾਹੀਦਾ ਜੋ ਕਿ ਵਿਦਿਆਰਥੀਆਂ ਨੂੰ ਸਮਝਾ ਸਕੇ ਕਿ ਜੇ ਅਸੀਂ ਠੀਕ ਤਰ੍ਹਾਂ ਬਿਹੇਵੀਅਰ ਨਹੀਂ ਕਰਾਂਗੇ ਤਾਂ ਉਹਦੇ ਪ੍ਰਭਾਵ ਸਾਡੀ ਜ਼ਿੰਦਗੀ ਵਿੱਚ ਕੀ ਹੋਣਗੇ। ਜ਼ਰੂਰੀ ਨਹੀਂ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਉਹ ਪ੍ਰਭਾਵ ਹੈ ਜਿਹੜੇ ਐਕਸਪੀਰੀਅੰਸ ਹੀ ਕਰਾਉਣੇ ਨੇ। ਸੋ ਜੋ ਤੁਹਾਡੀ ਲਾਈਫ ਦਾ ਤਜਰਬਾ ਹੈ, ਤੁਹਾਡੀ ਲਾਈਫ ਦਾ ਐਕਸਪੀਰੀਅੰਸ ਹੈ, ਤੁਸੀਂ ਸੀਨੀਅਰ ਹੋ, ਤੁਸੀਂ ਵੱਡੇ ਹੋ, ਤੁਸੀਂ ਉਸ ਐਕਸਪੀਰੀਅੰਸ ਨੂੰ, ਉਸ ਬੜੱਪਨ ਨੂੰ ਯੂਜ਼ ਕਰਕੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਬਚਾ ਸਕਦੇ ਹੋ ਕਿ ਉਹ ਉਹਨੂੰ ਦੱਸ ਸਕਦੇ ਹੋ ਕਿ ਜੇ ਅਸੀਂ ਸਹੀ ਤਰ੍ਹਾਂ ਬਿਹੇਵ ਨਹੀਂ ਕਰਾਂਗੇ ਤਾਂ ਇਹ ਨੁਕਸਾਨ ਹੈ ਐਂਡ ਇਹ ਨੁਕਸਾਨ ਸਾਨੂੰ ਆਪਣੀ ਜ਼ਿੰਦਗੀ ਵਿੱਚ ਫੇਸ ਨਹੀਂ ਕਰਨੇ। ਸੋ ਉਸ ਚੀਜ਼ ਨੂੰ ਆਪਾਂ ਯੂਜ਼ ਕਰਕੇ ਉਹਨੂੰ ਆਪਾਂ ਕਹਿੰਦੇ ਅਥੋਰੀਟੇਟਿਵ ਅਪਰੋਚ, ਰਾਈਟ। ਸੋ ਪਰਮਿਸਿਵ ਅਪਰੋਚ ਵਿੱਚ ਟੀਚਰ ਵਿਦਿਆਰਥੀਆਂ ਨੂੰ ਸੈਲਫ ਕੰਟਰੋਲ ਸਿਖਾਉਂਦਾ ਹੈ। ਸੈਕਿੰਡ ਅਪਰੋਚ ਸੀ ਅਨਇਨਵੋਲਵਡ, ਜਿਸ 'ਚ ਟੀਚਰ ਕਹਿੰਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੇਰਾ ਕੰਮ ਪੜ੍ਹਾਉਣਾ, ਆਈ ਵਿਲ ਟੀਚ। ਵਿਦਿਆਰਥੀ ਆਪਣੇ ਆਪ ਆਪਣੀ ਗਲਤੀਆਂ ਤੋਂ ਸਿੱਖਣਗੇ। ਅਥੋਰੀਟੇਰੀਅਨ ਅਪਰੋਚ ਵਿੱਚ ਅਸੀਂ ਡੰਡਾ ਲੈ ਕੇ ਵਿਦਿਆਰਥੀ ਨੂੰ ਕਹਿੰਦੇ ਤੂੰ ਮੈਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ, ਜੋ ਮੈਂ ਕਿਹਾ ਯੂ ਹੈਵ ਟੂ ਫੋਲੋ। ਅਥੋਰੀਟੇਟਿਵ ਅਪਰੋਚ ਵਿੱਚ ਅਸੀਂ ਮੋਰ ਔਰ ਲੈਸ ਆਪਣੀ ਰਿਲੇਸ਼ਨਸ਼ਿਪਸ ਵਧੀਆ ਬਣਾ ਕੇ ਉਹਨਾਂ ਰਿਲੇਸ਼ਨਸ਼ਿਪਸ ਦੇ ਤਹਿਤ ਇੱਕ ਗਾਈਡ ਦੇ ਰੂਪ ਵਿੱਚ ਵਿਦਿਆਰਥੀ ਨੂੰ ਡਿਸਿਪਲਿਨ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਐਂਡ ਜਿਹੜੀ ਲਾਸਟ ਅਪਰੋਚ ਉਹ ਆਪਣੇ ਕੋਲ ਹੈ ਪ੍ਰੋਐਕਟਿਵ ਅਪਰੋਚ, ਜਿਹਦੇ ਵਿੱਚ ਰੀਸਟੋਰੇਟਿਵ ਡਿਸਿਪਲਿਨ ਸੀਕਸ ਟੂ ਕ੍ਰੀਏਟ ਐਨ ਇਨਵਾਇਰਮੈਂਟ ਇਨ ਵਿਚ ਪ੍ਰੋਬਲਮ ਬਿਹੇਵੀਅਰ ਇਜ਼। ਉਹ ਕਹਿੰਦੇ ਕਿ ਤੁਸੀਂ ਵਾਤਾਵਰਨ ਹੀ ਇਸ ਤਰ੍ਹਾਂ ਦਾ ਸਿਰਜੋ, ਇਸ ਤਰ੍ਹਾਂ ਦਾ ਮਾਹੌਲ ਸਿਰਜੋ ਜਿਸ ਦੇ ਵਿੱਚ ਤੁਹਾਡੇ ਕੋਲ ਪ੍ਰੋਬਲਮ ਬਿਹੇਵੀਅਰ ਆਵੇ ਹੀ ਨਾ। ਐਂਡ ਜਿਵੇਂ ਸਪੋਜ਼ ਆਪਣੇ ਵਿਦਿਆਰਥੀਆਂ ਨੂੰ ਜਾਣੋ, ਜਿੰਨਾ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਜਾਣਦੇ ਹੋਵੋਗੇ, ਉਹਨਾਂ ਦੀ ਲੋੜਾਂ ਨੂੰ ਜਾਣਦੇ ਹੋਵੋਗੇ, ਉਹਨਾਂ ਦੇ ਪਿਛੋਕੜ ਨੂੰ ਜਾਣਦੇ ਹੋਵੋਗੇ, ਉਹਨਾਂ ਚੀਜ਼ਾਂ ਨੂੰ ਤੁਸੀਂ ਉਹਨਾਂ ਧਿਆਨ ਰੱਖੋਗੇ ਆਪਣੇ ਬਿਹੇਵੀਅਰ ਦੇ ਵਿੱਚ ਐਂਡ ਅਲਟੀਮੇਟਲੀ ਫਿਰ ਜਿਹੜਾ ਪ੍ਰੋਬਲਮ ਬਿਹੇਵੀਅਰ ਉਹ ਨਹੀਂ ਆਏਗਾ। ਸ਼ੇਅਰ ਐਂਡ ਟੀਚ ਇਨਟੂ ਦੀ ਕਲਾਸਰੂਮ ਐਕਸਪੈਕਟੇਸ਼ਨਸ, ਬੱਚਿਆਂ ਨੂੰ ਦੱਸੋ ਕਿ ਵਿਦਿਆਰਥੀਆਂ ਤੋਂ ਕੀ ਆਸ ਕੀਤੀ ਜਾਂਦੀ ਹੈ, ਉਹਨਾਂ ਨੂੰ ਪੜ੍ਹਾਓ ਵੀ ਕਿ ਦਿਸ ਇਜ਼ ਵਾਟ ਇਜ਼ ਐਕਸਪੈਕਟਿਡ ਆਫ ਯੂ। 1 or 2 ਕੋਈ ਮੋਰਲ ਲੈਸਨਸ ਹੈ, ਵੈਲਿਊ ਓਰੀਐਂਟਡ ਲੈਸਨਸ ਹੈ, ਬੱਚਿਆਂ ਨੂੰ ਦਿਓ। ਉਸ ਨਾਲ ਜਿਹੜੇ ਬੱਚੇ ਆ ਤੁਹਾਡੇ ਨਾਲ ਕਲਿੱਕ ਕਰਨਗੇ। ਕਲਾਸ ਦੇ ਨੋਰਮਸ ਦੇ ਜੋ ਨਿਯਮ ਹੈ ਉਹ ਕੋਲੈਬੋਰੇਟਿਵਲੀ ਬਣਾਓ। ਆਪਾਂ ਪਹਿਲਾਂ ਵੀ ਕਲਾਸਰੂਮ ਮੈਨੇਜਮੈਂਟ 'ਚ ਗੱਲ ਕਰੀ ਸੀ ਕਿ ਵਿਦਿਆਰਥੀਆਂ ਨਾਲ ਰਲ ਕੇ ਨਿਯਮ ਸਿਰਜੇ ਜਾਣ। ਜੇ ਕਲਾਸ ਦੇ ਨਿਯਮ ਵਿਦਿਆਰਥੀਆਂ ਨਾਲ ਮਿਲ ਕੇ ਸਿਰਜੇ ਜਾਂਦੇ ਨੇ, ਉਸ ਵਿੱਚ ਵਿਦਿਆਰਥੀ ਅਕਸਰ ਉਹਨਾਂ ਨਿਯਮਾਂ ਨੂੰ ਸਹੀ ਢੰਗ ਨਾਲ ਫੋਲੋ ਵੀ ਕਰਦੇ ਨੇ। ਐਜ਼ ਅ ਟੀਚਰ ਬੱਚਿਆਂ ਦੇ ਨਾਲ ਸਹਾਨੂਭੂਤੀ ਵਾਲਾ, ਸਹਿਯੋਗ ਵਾਲਾ ਅਤੇ ਆਦਰਪੂਰਵਕ, ਰਿਸਪੈਕਟ ਵਾਲਾ, ਇੱਜ਼ਤ ਭਰਿਆ ਵਿਵਹਾਰ ਸ਼ੋਅ ਕਰੋ। ਐਜ਼ ਅ ਟੀਚਰ ਯੂ ਸ਼ੁੱਡ ਬੀ ਕਾਈਂਡ, ਯੂ ਸ਼ੁੱਡ ਬੀ ਸਪੋਰਟਿਵ ਐਂਡ ਯੂ ਸ਼ੁੱਡ ਬੀ ਰਿਸਪੈਕਟਫੁਲ। ਕਲਾਸ ਦੀਆਂ ਜਿਹੜੀਆਂ ਨੋਰਮਸ ਐਂਡ ਐਕਸਪੈਕਟੇਸ਼ਨਸ ਉਹਨਾਂ ਨੂੰ ਰਿਵਿਊ ਕਰੋ ਬਾਰ-ਬਾਰ। ਸਮੇਂ ਅਨੁਸਾਰ ਹੋ ਸਕਦਾ ਸਾਨੂੰ ਨਿਯਮਾਂ ਨੂੰ ਬਦਲਣ ਦੀ ਲੋੜ ਪਵੇ, ਉਹਨਾਂ ਦੀ ਬਦਲਣ ਦੀ ਲੋੜ ਹੈ ਜਿਹੜੀ ਉਹ ਤੁਸੀਂ ਉਸ ਮੁਤਾਬਕ ਕਰੋ। ਰੀਡਾਇਰੈਕਟ ਸਟੂਡੈਂਟਸ ਐਨਰਜੀ ਇਨਟੂ ਯੂਜ਼ਿੰਗ ਪੋਜ਼ੀਟਿਵ ਲੈਂਗੁਏਜ, ਵਿਦਿਆਰਥੀ ਲਈ ਕਦੇ ਵੀ ਮਾੜੀ ਲੈਂਗੁਏਜ ਨਾ ਯੂਜ਼ ਕਰੋ, ਨਿਕੰਮਾ ਹੈ, ਬੇਕਾਰ ਹੈ, ਇਹ ਵਰਡਸ ਨਹੀਂ ਯੂਜ਼ ਕਰਨੇ। ਇੱਕ ਵਧੀਆ ਸਕਾਰਾਤਮਕ ਭਾਸ਼ਾ ਯੂਜ਼ ਕਰਕੇ ਵਿਦਿਆਰਥੀ ਦੇ ਬਿਹੇਵੀਅਰ ਨੂੰ ਤੁਸੀਂ ਇੱਕ ਸਹੀ ਦਿਸ਼ਾ ਦੇਣੀ ਹੈ। ਵਿਦਿਆਰਥੀ ਦੁਆਰਾ ਕੀਤੇ ਗਏ ਐਫਰਟਸ ਤੇ ਗਰੋਥ ਨੂੰ ਰੈਕੋਗਨਾਈਜ਼ ਕਰੋ, ਚਾਹੇ ਛੋਟੇ ਛੋਟੇ ਹੋਣ। ਜਿਵੇਂ ਸਪੋਜ਼ ਜੇ ਪਿਛਲੀ ਵਾਰ ਬੱਚੇ ਦੇ ਮੇਰੇ ਦੇ 50% ਮਾਰਕਸ ਆਏ ਨੇ, ਹੁਣ 55 ਆਏ ਨੇ, ਤਾਂ ਉਸ 55 ਨੂੰ ਵੀ ਰੈਕੋਗਨਾਈਜ਼ ਕਰੋ। ਯੂ ਨੀਡ ਟੂ ਰੈਕੋਗਨਾਈਜ਼ ਸਟੂਡੈਂਟਸ ਐਫਰਟ ਐਂਡ ਗਰੋਥ। ਛੋਟਾ ਜਿਹਾ ਯਤਨ ਵੀ ਜੋ ਵਿਦਿਆਰਥੀ ਦੁਆਰਾ ਕੀਤਾ ਗਿਆ ਉਸ ਨੂੰ ਪਹਿਚਾਨਿਆ ਜਾਣਾ ਚਾਹੀਦਾ। ਨੋਨ ਵਰਬਲ ਸਪੋਰਟ ਰੈਕੋਗਨੀਸ਼ਨ, ਹਰ ਵਾਰ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਅਸੀਂ ਆਪਣੀ ਬੋਡੀ ਲੈਂਗੁਏਜ ਨਾਲ, ਇਸ਼ਾਰੇ ਨਾਲ, ਅੱਖਾਂ ਨਾਲ ਵੀ ਸਮਝਾ ਸਕਦੇ ਹਾਂ ਕਿ ਵਿਦਿਆਰਥੀ ਗਲਤ ਕਰ ਰਿਹਾ, ਉਸ ਚੀਜ਼ ਨੂੰ ਤੁਸੀਂ ਯੂਜ਼ ਕਰੋ। ਚੈੱਕ ਇਨ ਐਂਡ ਆਫਰ ਗੈਸਚਰਸ ਆਫ ਸਪੋਰਟ, ਜਿੱਥੇ ਲੋੜ ਹੈ ਵਿਦਿਆਰਥੀ ਨੂੰ ਸਹਿਯੋਗ ਦਿਓ। ਅਤੇ ਇੱਕ ਰੀਸਟੋਰੇਟਿਵ ਚੈਟ ਕਰੋ, ਗੱਲਬਾਤ ਕਰੋ 1 to 1, ਜਿਸ ਨਾਲ ਆਪਾਂ ਵਿਦਿਆਰਥੀ ਦੀ ਜੋ ਗਲਤੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਹਦੇ ਵਿੱਚ ਸਹੀ ਬਿਹੇਵੀਅਰ ਨੂੰ ਦੁਬਾਰਾ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ। ਸੋ ਪ੍ਰੋਐਕਟਿਵ ਅਪਰੋਚ ਕੀ ਹੋਗੀ, ਜਿਸ ਦੇ ਵਿੱਚ ਅਧਿਆਪਕ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਇੱਕ ਵਧੀਆ ਵਾਤਾਵਰਨ ਸਿਰਜਣ ਦੇ ਵਿੱਚ। ਸੋ ਜੇ ਕਲਾਸਰੂਮ ਦਾ ਇਨਵਾਇਰਮੈਂਟ ਵਧੀਆ ਹੋਏਗਾ, ਉਸ ਦੇ ਵਿੱਚ ਉਹ ਮੰਨਦੇ ਆ ਕਿ ਪ੍ਰੋਬਲਮ ਬਿਹੇਵੀਅਰਸ ਫਿਰ ਤੁਹਾਡੇ ਆਪਣੇ ਆਪ ਆਟੋਮੈਟਿਕਲੀ ਘੱਟ ਜਾਣਗੇ। ਸੋ ਐਜ਼ ਅ ਟੀਚਰ ਅਗੇਨ ਇਹ ਸਾਰਿਆਂ 'ਚੋਂ ਆਪਾਂ ਸਮਰਾਈਜ਼ ਕੀਤਾ। ਐਜ਼ ਅ ਟੀਚਰ ਸਿੰਪਲ ਅਥੋਰਟੀ ਸਟੇਟਮੈਂਟ ਰੱਖੋ, ਯੂ ਸ਼ੁੱਡ ਬੀ ਅਥੋਰੀਟੇਟਿਵ ਸਟੇਟਮੈਂਟ ਹੋਣੀ ਚਾਹੀਦੀ ਹੈ, ਜੋ ਤੁਸੀਂ ਕਹੋ ਉਸ 'ਤੇ ਅਮਲ ਵੀ ਕਰੋ।
ਰੀਡਾਇਰੈਕਟ ਸਟੂਡੈਂਟਸ એનર્ਜੀ, ਬੱਚਿਆਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਓ। ਨੈਕਸਟ ਟਾਈਮ ਮੈਸੇਜ ਵੀ ਦੇ ਸਕਦੇ ਹੋ ਕਿ ਜੇ ਅਗਲੀ ਵਾਰ ਇਹ ਕੀਤਾ ਤਾਂ ਇਸ ਪਨਿਸ਼ਮੈਂਟ ਮਿਲੇਗੀ, ਸੋ ਯੂ ਕੈਨ ਗਿਵ ਹਿਮ ਦੈਟ ਮੈਸੇਜ। ਚੈੱਕ ਯੋਰਸੈਲਫ ਮੈਸੇਜ, ਬੱਚੇ ਨੂੰ ਆਪਾਂ ਕਹਿ ਸਕਦੇ ਕਿ ਯੂ ਚੈੱਕ ਯੋਰਸੈਲਫ ਵੇਅਰ ਯੂ ਵਰ ਰੋਂਗ, ਸੋ ਕੁਛ ਸੋਚ ਕੇ ਆਇਓ ਕੱਲ੍ਹ ਨੂੰ ਵੀ ਤੁਸੀਂ ਇਹ ਕੰਮ ਕਿਉਂ ਕੀਤਾ, ਇਹਦੀ ਬਜਾਏ ਤੁਸੀਂ ਕੀ ਕਰ ਸਕਦੇ ਸੀ, ਰਾਈਟ। ਦ ਸਾਇਲੈਂਟ ਰਿਸਪੌਂਸ, ਚੁੱਪ ਕਰ ਜਾਓ। ਯੂ ਨੀਡ ਨਾਟ ਰਿਐਕਟ ਟੂ ਐਵਰੀ ਬਿਹੇਵੀਅਰ, ਬਹੁਤੀ ਵਾਰ ਤੁਸੀਂ ਜਦੋਂ ਟੀਚਰ ਚੁੱਪ ਕਰ ਜਾਂਦਾ ਤਾਂ ਵਿਦਿਆਰਥੀ ਉੱਥੇ ਵੀ ਸਮਝ ਜਾਂਦੇ ਨੇ ਕਿ ਅਸੀਂ ਗਲਤ ਕੀਤਾ ਹੈ। ਕਲੌਕ ਫੋਕਸ ਹੋ ਸਕਦਾ, ਜਿਵੇਂ ਆਪਾਂ ਅੱਗੇ ਜਾ ਕੇ ਕਰਾਂਗੇ ਵੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਕਿਸ ਤਰ੍ਹਾਂ ਦਾ, ਤੁਹਾਨੂੰ ਇੱਕ ਮੈਂ ਪਿਕਚਰ ਦਿਖਾਉਂਗੀ, ਉਹਦੇ ਵਿੱਚ ਹੈ ਸਪੋਜ਼ ਸੀ ਆਈ ਸ਼ੋ ਯੂ ਦਾ ਪਿਕਚਰ, ਜਿਵੇਂ ਦਿਸ ਇਜ਼ ਦੀ ਕਲਾਸ ਨੋਇਸ ਮੀਟਰ, ਵੀ ਕਿੰਨੇ ਵਜੇ ਤੁਸੀਂ ਇੱਥੇ, ਤੁਸੀਂ ਇਸ ਤਰ੍ਹਾਂ ਟੀਚਰ ਨੇ ਹੁਣ ਇੱਥੇ ਇਸ਼ਾਰਾ ਕੀਤਾ ਉਹਦੇ 'ਚ ਕੀ ਲਿਖਿਆ, ਟਾਕ ਕੁਆਇਟਲੀ ਇਨ ਗਰੁੱਪਸ, ਸੋ ਚੁੱਪ-ਚਾਪ ਗਰੁੱਪਸ 'ਚ ਗੱਲ ਕਰਨੀ ਹੈ। ਜਦੋਂ ਇੱਧਰ ਆ ਜਾਏਗਾ ਤਾਂ ਵਿਸਪਰ ਕਰਨਾ ਆਪਣੇ ਪਾਰਟਨਰ ਨਾਲ। ਸੋ ਤੁਸੀਂ ਇਸ ਤਰ੍ਹਾਂ ਦਾ ਇੱਕ ਕਲੌਕ ਮੀਟਰ ਆਪਣੀ ਕਲਾਸ ਵਿੱਚ ਬਣਾ ਸਕਦੇ ਹੋ। ਟਾਈਮ ਦੱਸ ਸਕਦੇ ਹੋ ਕਿ ਕਿਹੜੇ ਟਾਈਮ ਤੁਸੀਂ ਬੱਚੇ ਤੋਂ ਕਿਵੇਂ ਦਾ, ਮਤਲਬ ਕਿੰਨੇ ਤੋਂ ਕਿੰਨੇ ਵਜੇ ਤੱਕ ਕੀ ਕਰਨਾ ਹੈ, ਦੈਟ ਕੈਨ ਬੀ ਡਨ। ਵਿਜ਼ਿਟਰ ਚੇਅਰ, ਅਕਸਰ ਟੀਚਰ ਦੇ ਟੇਬਲ ਕੋਲ ਇੱਕ ਚੇਅਰ ਹੁੰਦੀ ਹੈ ਨਾ, ਜਿੱਥੇ ਕੋਈ ਉਹਨੂੰ ਮਿਲਣ ਆਉਂਦਾ ਉਹ ਬਹਿੰਦਾ, ਵੀ ਜਿਹੜਾ ਬੱਚਾ ਸ਼ਰਾਰਤ ਕਰ ਰਿਹਾ ਉਹਨੂੰ ਆਪਣੇ ਕੋਲ ਬਿਠਾ ਲਓ। ਮੇਕ ਹਿਮ ਸਿਟ ਕਲੋਜ਼ ਟੂ ਯੂ ਇਨ ਦ ਵਿਜ਼ਿਟਰਸ ਚੇਅਰ। ਓਨੈਸਟ ਆਈ ਸਟੇਟਮੈਂਟਸ, ਬੱਚਿਆਂ ਨੂੰ ਅਕਸਰ ਪੁੱਛੋ ਕਿ ਆਈ ਵਿਦ ਰਿਸਪੈਕਟ ਟੂ ਯੋਰ ਬਿਹੇਵੀਅਰ ਲਿਖੋ, ਮੈਂ ਕੀ ਕੀਤਾ, ਸੋ ਮੈਂ ਨਾਲ ਲਿਖੋ। ਆਪਾਂ ਇਹ ਨਹੀਂ ਕਹਿਣਾ ਕਿ ਮੈਮ ਨਿਆਣੇ ਐ ਕਰਦੇ ਨੇ, ਜਿਵੇਂ ਤੁਹਾਡੀ ਕਲਾਸ, ਜਦੋਂ ਕਲਾਸ ਬਹੁਤ ਗੰਦੀ ਹੁੰਦੀ ਹੈ ਤੁਹਾਨੂੰ ਪੁੱਛਿਆ ਜਾਂਦਾ ਵੀ ਇਹ ਕਲਾਸ 'ਚ ਇੰਨਾ ਗੰਦ ਕਿਸ ਨੇ ਪਾਇਆ, ਫਿਰ ਕਹਿਣਾ ਮੈਮ ਸਾਰੇ ਐਂ ਕਰਦੇ ਨੇ ਜੀ, ਸਾਰੇ ਐਂ ਕਰਦੇ ਨਹੀਂ। ਆਪਾਂ ਉਸ ਦੇ ਲਈ ਬੱਚਿਆਂ ਨੂੰ ਕਹੀਏ ਕਿ ਇਹ ਦੱਸੋ ਮੈਂ ਕੀ ਕੀਤਾ, ਹਾਊ ਡਿਡ ਆਈ ਕੰਟਰੀਬਿਊਟ ਟੂ ਦਿਸ ਡਰਟ ਇਨ ਮਾਈ ਕਲਾਸਰੂਮ, ਸੋ ਦੈਨ ਦੈਟ ਕੈਨ ਬੀ ਯੂਜ਼ਡ। ਅੰਡਨ ਵਰਕ ਸਟੇਟਮੈਂਟ, ਜੋ ਕੰਮ ਨਹੀਂ ਕੀਤਾ ਵਿਦਿਆਰਥੀ ਨੇ, ਛੋਟੇ ਹੁੰਦੇ ਲਿਖਵਾਉਂਦੇ ਹੁੰਦੇ ਸੀ ਨਾ, ਆਈ ਹੈਵ ਨਾਟ ਡਨ ਮਾਈ ਹੋਮਵਰਕ 10 ਟਾਈਮਸ ਲਿਖੋ, 15 ਟਾਈਮਸ ਲਿਖੋ। ਸੋ ਜਦੋਂ ਤੁਸੀਂ ਕੰਮ ਨਹੀਂ ਕੀਤਾ, ਉਸ ਤਰ੍ਹਾਂ ਕੀ ਨਹੀਂ ਕੀਤਾ ਹੈ ਵਿਦਿਆਰਥੀ ਨੂੰ ਆਪ ਕੋ ਲਿਖਣ ਲਈ। ਐਂਡ ਇੱਕ ਕਾਮ ਰਿਮਾਈਂਡਰ, ਥੋੜ੍ਹਾ ਠੰਡੇ ਮਨ ਨਾਲ ਉਹਨੂੰ ਯਾਦ ਕਰਵਾ ਸਕਦੇ ਹੋ ਕਿ ਬੇਟੇ ਯੂ ਨੀਡਿਡ ਟੂ ਡੂ ਦਿਸ, ਜਾਂ ਕੱਲ੍ਹ ਨੂੰ ਅਸਾਈਨਮੈਂਟ ਦੇਣੀ ਹੈ ਸਾਰਿਆਂ ਨੇ, ਸੋ ਦੈਟ ਦਿਸ ਵਿਲ ਹੈਲਪ ਯੂ ਟੂ ਕੀਪ ਟਰੈਕ ਔਨ ਯੋਰ ਵਰਕ, ਰਾਈਟ। ਰੂਲਸ ਬਣਾਓ, ਬੱਚਿਆਂ ਤੋਂ ਐਕਸਪੈਕਟੇਸ਼ਨਸ ਤੁਹਾਨੂੰ ਆਪ ਨੂੰ ਪਤਾ ਹੋਣੀਆਂ ਚਾਹੀਦੀਆਂ। ਸਟੂਡੈਂਟਸ ਨੂੰ ਉਹਨਾਂ ਰੂਲਸ ਬਾਰੇ ਜਾਗਰੂਕ ਕਰੋ, ਰੂਲਸ ਪੇਰੈਂਟਸ ਨੂੰ ਵੀ ਦੱਸੇ ਜਾਣ, ਰਿਵਿਊ ਕਰੋ, ਲੋੜ ਅਨੁਸਾਰ ਜੇ ਨਿਯਮ ਬਦਲਣ ਦੀ ਲੋੜ ਆ ਬਦਲੋ। ਬੀ ਫਰਮ ਐਂਡ ਕੰਸਿਸਟੈਂਟ, ਰੂਲਸ ਨੂੰ ਲੈ ਕੇ ਆਪਣੇ ਆਪ ਨੂੰ ਜੇ ਕਿਹਾ ਹੈ ਤਾਂ ਉਸ ਕੰਮ ਨੂੰ ਕਰੋ, ਅਤੇ ਇੱਕ ਕੰਸਿਸਟੈਂਸੀ, ਇਕਸਾਰਤਾ ਰੱਖੋ। ਬੀ ਪ੍ਰੋਫੈਸ਼ਨਲ, ਸਟੂਡੈਂਟਸ ਨਾਲ ਪਰਸਨਲ ਰਿਲੇਸ਼ਨਸ ਡਿਵੈਲਪ ਨਹੀਂ ਕਰਨੇ, ਯੂ ਆਰ ਦੇਅਰ ਟੀਚਰ ਐਂਡ ਬੀ ਅ ਟੀਚਰ, ਐਂਡ ਪ੍ਰੋਫੈਸ਼ਨਲ ਕੁਆਲਿਟੀਜ਼ ਆਫ ਅ ਟੀਚਰ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ। ਜਿਹੜੇ ਕਲਾਸ ਦੇ ਵਿੱਚ ਸ਼ਰਾਰਤੀ ਅੰਸ਼ ਜਾਂ ਟਰਬਲ ਕਰਦੇ ਨੇ ਉਹਨਾਂ ਨਾਲ ਜ਼ਰੂਰ ਡੀਲ ਕਰੋ ਸਪੈਸੀਫਿਕਲੀ, ਰਾਈਟ। ਇਕਵਾਇਰ ਐਨ ਐਟੀਟਿਊਡ ਦੈਟ ਦੇ ਵਿਲ ਬੀ ਗੁੱਡ ਡਿਸਿਪਲਿਨ ਇਨ ਯੂਰ ਰੂਮ, ਇਹ ਮੰਨ ਕੇ ਚੱਲੋ ਕਿ ਤੁਹਾਡੀ ਕਲਾਸ ਵਿੱਚ ਡਿਸਿਪਲਿਨ ਵਧੀਆ ਹੋਊਗਾ, ਉਸ ਤਰ੍ਹਾਂ ਦਾ ਨਜ਼ਰੀਆ ਵਿਕਾਸ ਕਰੋ। ਰੂਲਸ ਐਂਡ ਕੌਨਸੀਕੁਐਂਸਿਸ ਯੂਜ਼ਿੰਗ ਅ ਟਰੈਕਿੰਗ ਚਾਰਟ ਬਣਾ ਸਕਦੇ ਹੋ। ਨੰਬਰ ਯੂਰ ਰੂਲਸ ਐਂਡ ਲੈਟਰ ਯੂਰ ਕੌਨਸੀਕੁਐਂਸਿਸ ਸੋ ਦੈਟ ਯੂ ਕੈਨ ਮੇਕ ਅ ਟਰੈਕਿੰਗ ਚਾਰਟ। ਤੋਂ ਪਹਿਲਾਂ ਆਪਣੇ ਨੰਬਰ ਕਰ ਲਓ ਰੂਲਸ ਨੂੰ, ਕਿ ਤੁਹਾਡੇ ਕੀ ਰੂਲਸ ਹੈ 1 2 3 4, ਉਹਨਾਂ ਦੇ ਕੌਨਸੀਕੁਐਂਸਿਸ ਕੀ ਆ ਉਹ ਵੀ ਲਿਖੋ। ਉਹਦੇ ਨਾਲ ਬੱਚੇ ਨੂੰ, ਜਿਹਨੂੰ ਤੁਸੀਂ ਉਹਦੇ, ਜਿਵੇਂ ਸਪੋਜ਼ ਨਾਓ ਦਿਸ ਇਜ਼ ਅ ਚਾਰਟ ਜੋ ਉਹਨਾਂ ਨੇ ਬਣਾਇਆ, ਅਰਨ ਆਲ, ਫੋਲੋ ਆਲ ਰੂਲਸ, ਅਰਨ ਅ ਸਟਾਰ। ਜੇ ਤੁਸੀਂ ਸਾਰੇ ਰੂਲਸ ਫੋਲੋ ਕਰਦੇ ਹੋ ਤੁਹਾਨੂੰ ਇੱਕ ਸਟਾਰ ਮਿਲੇਗਾ। ਪਹਿਲੀ ਵਾਰਨਿੰਗ ਹੈ ਤੁਸੀਂ ਫਿਰ ਵੀ ਇੱਕ ਸਟਾਰ ਮਿਲ ਰਿਹਾ। ਸੈਕਿੰਡ ਵਾਰਨਿੰਗ ਹੈ ਤਾਂ ਹੁਣ ਤੁਹਾਨੂੰ ਥਿੰਕ ਸ਼ੀਟ ਮਿਲੇਗੀ, ਅਤੇ ਜੇ ਤੁਸੀਂ ਬਹੁਤ ਜ਼ਿਆਦਾ ਡਿਸਟਰਪਟਿਵ ਕਰ ਰਹੇ ਹੋ ਤਾਂ ਯੂ ਹੈਵ ਟੂ ਲੀਵ ਦ ਰੂਮ ਐਂਡ ਪੇਰੈਂਟਸ ਕੰਟੈਕਟ ਵਿੱਚ ਜਾਣਾ। ਸੋ ਤੁਹਾਨੂੰ ਕਿਹੜਾ ਸਮਾਈਲੀ ਮਿਲਿਆ, ਗ੍ਰੀਨ ਮਿਲਿਆ, ਯੈਲੋ ਮਿਲਿਆ, ਔਰੇਂਜ ਮਿਲਿਆ, ਬੱਚੇ ਦੇ ਨਾਮ ਦੇ ਅੱਗੇ ਲਗਾਇਆ ਜਾ ਸਕਦਾ। ਐਂਡ ਜੇ ਤੁਹਾਨੂੰ ਇੱਕ ਦਿਨ 'ਚ 4 ਸਟਾਰਸ ਮਿਲ ਜਾਂਦੇ ਨੇ ਤਾਂ ਫਰਾਈਡੇ ਨੂੰ ਯੂ ਵਿਲ ਬੀ ਗਿਵਨ ਅ ਰਿਵਾਰਡ। ਸੱਚ ਕਾਈਂਡ ਆਫ ਚਾਰਟਸ ਕੈਨ ਬੀ ਯੂਜ਼ਡ ਇਨ ਯੂਰ ਕਲਾਸ, ਜਿਹੜੇ ਕਿ ਰੂਲਸ ਦਿਖਾਉਂਦੇ ਵੀ ਰਹਿੰਦੇ ਨੇ ਐਂਡ ਦੇ ਆਰ ਮੋਰ ਇੰਜੋਏਬਲ ਆਲਸੋ, ਰਾਈਟ। ਟਾਕ ਟੂ ਯੂਰ ਐਡਮਿਨਿਸਟ੍ਰੇਟਰ, ਜੇ ਤੁਹਾਡੇ ਕੋਲ ਕੋਈ ਨਵਾਂ ਆਈਡੀਆ ਹੈ ਜਾਂ ਸੁਝਾਅ ਹੈ ਜਿਸ ਨਾਲ ਤੁਸੀਂ ਕਲਾਸਰੂਮ ਬਿਹੇਵੀਅਰਸ ਨੂੰ ਸੁਲਝਾ ਸਕਦੇ ਹੋ, ਤਾਂ ਦੈਨ ਟਾਕ ਟੂ ਯੂਰ ਐਡਮਿਨਿਸਟ੍ਰੇਟਰ। ਟਰੈਕ ਐਂਡ ਚਾਰਟ ਮਿਸਬਿਹੇਵੀਅਰਸ, ਜਿਵੇਂ ਆਪਾਂ ਇਹ ਕੀਤਾ, ਜਿਹੜਾ ਇਹ ਚਾਰਟ ਹੈ, ਇਸ ਤਰ੍ਹਾਂ ਦਾ ਚਾਰਟ ਹੈ ਜੋ ਨੋਰਮਲੀ ਟੀਚਰਸ ਕੀ ਕਰਦੇ ਨੇ, ਫਿਰ ਹਰ ਬੱਚੇ ਦਾ ਰੋਲ ਨੰਬਰ ਲਿਖ ਕੇ ਉਹਦੇ ਆਲੇ ਦੁਆਲੇ ਸਮਾਈਲੀ ਬਣਾਉਂਦੇ ਰਹਿੰਦੇ ਨੇ ਜਾਂ ਸਟਾਰ ਲਗਾਉਂਦੇ ਰਹਿੰਦੇ ਨੇ। ਸੋ ਦਿਸ ਇਜ਼ ਕਾਲਡ ਅ ਟਰੈਕਿੰਗ ਚਾਰਟ। ਜੇ ਮਿਸਬਿਹੇਵੀਅਰ ਕੰਟੀਨਿਊ ਕਰਦਾ, ਪੇਰੈਂਟਸ ਨੂੰ ਬੁਲਾਓ, ਪੇਰੈਂਟਸ ਨੂੰ ਐਕਸਪਲੇਨ ਕਰੋ ਪੂਰੀ ਪ੍ਰੋਬਲਮ, ਪੇਰੈਂਟਸ ਨਾਲ ਆਰਗੂ ਨਹੀਂ ਕਰਨਾ। ਸੋ ਆਪਾਂ ਨੂੰ ਦੱਸਣਾ ਕਿ ਜੇ ਪ੍ਰੋਬਲਮ ਹੈ ਤਾਂ ਉਹਦੇ ਨਾਲ ਕੌਨਸੀਕੁਐਂਸਿਸ ਵੀ ਉਹਦਾ ਹੈਗਾ ਹੀ ਹੈਗਾ। ਜੇ ਬੱਚੇ ਨੇ ਪ੍ਰੋਬਲਮ ਕੀਤੀ ਹੈ ਤਾਂ ਉਹਨੂੰ ਕੌਨਸੀਕੁਐਂਸਿਸ ਮਿਲੇਗਾ, ਰਾਈਟ। ਸੋ ਸੱਚ ਕਾਈਂਡ ਆਫ ਚਾਰਟਸ ਕੈਨ ਬੀ ਯੂਜ਼ਡ। ਫਿਊ ਚਾਰਟਸ ਹੈ ਜੋ ਮੈਂ ਇਹਦੇ 'ਚ ਇੰਕਲੂਡ ਕੀਤੇ ਸੀ ਸੋ ਦੈਟ ਐਜ਼ ਟੀਚਰਸ ਯੂ ਗੈਟ ਟੂ ਨੋ। ਜਿਵੇਂ ਨਾਲ ਲਿਖਿਆ, ਦੇਖੋ ਗਰੁੱਪਸ ਦਾ ਕੀ ਮਤਲਬ ਹੈ, ਗੈਟ ਅਲੋਂਗ, ਹਰ ਕਿਸੇ ਨਾਲ ਰਲ ਕੇ ਰਹਿਣਾ, ਇਸ ਲਈ ਤੁਹਾਨੂੰ ਕਦੇ ਕਦੇ ਕੀ ਕਰਨਾ ਪਏਗਾ, ਕੰਪਰੋਮਾਈਜ਼ ਵੀ ਕਰਨਾ ਪਏਗਾ। ਰਿਸਪੈਕਟ ਕਰੋ ਆਪਣੇ ਟੀਮਮੇਟਸ ਦੀ ਅਤੇ ਰੈਸਟ ਆਫ ਦੀ ਕਲਾਸ ਦੀ। ਆਫਰ ਯੋਰ ਆਈਡੀਆਜ਼, ਜੋ ਤੁਹਾਡਾ ਮਨ ਹੈ ਆਈਡੀਆ ਤੁਹਾਡੇ ਕੋਲ ਉਹ ਆਫਰ ਕਰੋ, ਉਸ ਪਲਾਨ ਨੂੰ ਯੂਜ਼ ਕਰੋ। ਐਂਡ ਕੁਆਇਟ ਵੋਇਸਿਸ, ਆਵਾਜ਼ ਉੱਚੀ ਨਹੀਂ ਆਉਣੀ ਚਾਹੀਦੀ। ਇਕੁਅਲੀ ਪਾਰਟੀਸਪੇਟ ਕਰੋ ਐਂਡ ਸਟੇ ਫੋਕਸਡ ਔਨ ਦੀ ਟਾਸਕ, ਜਿਹੜਾ ਕੰਮ ਦਿੱਤਾ ਉਹ ਕੰਮ ਨੂੰ ਕਰੋ। ਸੱਚ ਕਾਈਂਡ ਆਫ ਚਾਰਟਸ ਕੈਨ ਬੀ ਯੂਜ਼ਡ ਐਂਡ ਡਿਸਪਲੇਡ ਇਨ ਦੀ ਕਲਾਸਰੂਮ, ਜੋ ਇਹ ਵੀ ਨਹੀਂ ਲੱਗਦੇ ਕਿ ਕੋਈ ਰੂਲ ਚਾਰਟਸ ਨੇ, ਵਧੀਆ ਚਾਰਟ ਲੱਗਦੇ ਨੇ ਬਟ ਐਟ ਦ ਸੇਮ ਟਾਈਮ ਇਹ ਰੂਲਸ ਵੀ ਤੁਹਾਨੂੰ ਦੱਸਦੇ ਨੇ, ਰਾਈਟ। Similarly, these are also charts जो teacher use कर सकते हैं। 7 good habits of a math student. So every subject teacher can make a chart कि these are expectations.
these are not rules but एक आस की जाती है कि जिवें मैथ्स क्लास में बच्चे की करेंगे, क्वेश्चन पूछणगे, अपना काम दिखाएंगे, एक्सप्लेन करेंगे कि उन्होंने प्रॉब्लम किवें सॉल्व की, अपने काम नूं डबल चैक करेंगे, राइट, अपने काम नूं ते ही फोकस्ड रहेंगे, होमवर्क करेंगे एंड हेल्प अदर. सो दीज आर एक्सपैक्टेशंस विच अ टीचर हैज़ केप्ट फ्रॉम देयर स्टूडेंट्स ते उन्हें उस चार्ट नूं डिस्प्ले किया. सो एटलीस्ट नाउ टीचर्स नो कि मैथ्स क्लास विच दिस इज़ वॉट इज़ एक्सपैक्टेड फ्रॉम मी. दिस वी हैव ऑलरेडी डिस्कस. अगेन दिस इज गिव मी 5. दिस इज ऑल्सो एन एक्सपैक्टेशन कि टीचर कहते 5 चीज़ां देनियां. योर लैग्स शुड बी क्रॉस्ड, सो तुसीं लत्तां नूं हिलाउंदे ना रहो. हैंड्स आर स्टिल, हत्थ नहीं हिलने चाहिए. ईयर्स आर लिसनिंग, कन्नां तो सुनो, अखां तो देखो. The lips are zipped, लिप के ऊपर जिप लाइए, सो यू आर नॉट स्पीकिंग. सो दीज आर द 5 एक्सपैक्टेशंस जो टीचर कहते हैं कि ये 5 तो मैनू देने पैणगे. सच काइंड ऑफ चार्ट्स कैन बी यूज्ड इन द क्लासरूम. सो दिस इज ऑल अबाउट डिसिप्लिन एंड द वेरियस अप्रोचेस जिस दिन आप क्लास में डिसिप्लिन मेनटेन कर सकते हैं. एंड आई होप द कॉन्सैप्ट मस्ट बी क्लीयर विद यू पीपल. थैंक यू एंड हैव अ नाइस डे.